ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਬੜਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਦੌਰਾਨ ਉਹਨਾਂ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਵਿਰੋਧ ਵਿੱਚ ਅਬੋਹਰ ਵਿਖੇ ਭਾਜਪਾ ਵੱਲੋਂ ਕਾਂਗਰਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ਨੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹਨਾਂ ਦੀ ਨਜ਼ਰ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਕੋਈ ਇੱਜ਼ਤ ਨਹੀਂ ਹੈ ਅਤੇ ਉਹਨਾਂ ਲਈ ਕੇਵਲ ਕੁਰਸੀ ਹੀ ਸਭ ਤੋਂ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ ਘਟਨਾ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ ਭਾਜਪਾ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਉਹਨਾਂ ਵੱਲੋਂ ਵੀ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਭਵਿੱਖ ਵਾਸਤੇ, ਪੰਜਾਬ ਦੇ ਭਵਿੱਖ ਵਾਸਤੇ ਬਹੁਤ ਮਾੜਾ ਹੋਇਆ। ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆਵੇ ਤਾਂ ਉਹਨਾਂ ਨਾਲ ਇਹੋ ਜਿਹਾ ਬਿਹੇਵੀਅਰ ਕੀਤਾ ਜਾਏ, ਇਹੋ ਜਿਹਾ ਵਿਵਹਾਰ ਕੀਤਾ ਜਾਵੇ, ਇਹ ਠੀਕ ਨਹੀਂ ਹੈ। ਡੈਮੋਕ੍ਰੇਸੀ ਦੇ ਵਿੱਚ ਕੋਈ ਵੀ ਪ੍ਰਧਾਨ ਮੰਤਰੀ ਕੋਈ ਵੀ ਹੋਵੇ, ਕੋਈ ਪਾਰਟੀ ਦੀ ਸਰਕਾਰ ਹੋਵੇ, ਉਹਦੇ ਨਾਲ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਇਹਦਾ ਬੜਾ ਭਾਰੀ ਨੁਕਸਾਨ ਪੰਜਾਬ ਨੂੰ ਝੱਲਣਾ ਪੈਣਾ ਹੈ। ਸਾਡੇ ਕੱਲ੍ਹ ਦੇਸ਼ ਦੇ ਸਾਡੇ ਮੈਮੋਰੈਂਡਮ ਦੇ ਕੇ ਆਏ, ਇਹ ਸਿੱਧਾ ਜਿਹੜਾ ਜਿੰਦਾ ਦੋਸ਼ ਹੈ, ਸਿੱਧਾ ਉਹ ਮੁੱਖ ਮੰਤਰੀ CM ਚੰਨੀ, ਇਹਨਾਂ ਦਾ ਹੋਮ ਮਿਨਿਸਟਰ ਸੁਖਜਿੰਦਰ ਰੰਧਾਵਾ ਤੇ DGP, ਕਿਉਂਕਿ ਪ੍ਰੋਟੋਕੋਲ ਦੇ ਮੁਤਾਬਕ ਇਹਨਾਂ ਨੂੰ ਸਵਾਗਤ ਕਰਨਾ ਚਾਹੀਦਾ ਸੀਗਾ, ਲੇਕਿਨ ਉੱਥੇ ਇਹਨਾਂ 'ਚ ਕੋਈ ਨਹੀਂ ਸੀ। ਬੀਤੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਚੱਲ ਰਹੇ ਵਿਵਾਦ ਵਿੱਚ ਜਿੱਥੇ ਅੱਜ BJP ਵਰਕਰਾਂ ਵੱਲੋਂ ਪੰਜਾਬ ਭਰ ਦੇ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਗਏ, ਉੱਥੇ ਹੁਣ ਆਪਣੀ ਸਰਕਾਰ ਅਤੇ ਮੁੱਖ ਮੰਤਰੀ ਦੀ ਸਪੋਰਟ ਦੇ ਵਿੱਚ ਕਾਂਗਰਸੀ ਆਗੂ ਵੀ ਸਾਹਮਣੇ ਆਏ ਹਨ। ਰੂਪਨਗਰ ਦੇ ਵਿੱਚ ਮੀਡੀਆ ਦੇ ਰੂਬਰੂ ਹੁੰਦੇ ਕਾਂਗਰਸੀ ਆਗੂਆਂ ਨੇ ਜਿੱਥੇ BJP ਦੇ ਖਿਲਾਫ ਜੰਮ ਕੇ ਭੜਾਸ ਕਰਨੀ, ਉੱਥੇ ਹੀ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਜਾਣ ਬੁੱਝ ਕੇ ਵੱਡਾ ਵਿਵਾਦ ਬਣਾਇਆ ਜਾ ਰਿਹਾ ਹੈ, ਜਦੋਂ ਕਿ ਅਜਿਹੀ ਕੋਈ ਗੱਲ ਨਹੀਂ ਹੋਈ। ਉਹਨਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਲਈ ਇਹ ਜਾਣ ਬੁੱਝ ਕੇ ਇੱਕ ਸਾਜ਼ਿਸ਼ ਘੜੀ ਗਈ ਹੈ। ਉਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੋ ਮੋਦੀ ਸਾਹਿਬ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਸਾਡੇ ਸਾਰਿਆਂ ਦੇ ਪ੍ਰਧਾਨ ਮੰਤਰੀ ਨੇ, ਉਹ ਕਿਤੇ ਇਕੱਲੇ BJP ਪਾਰਟੀ ਦੇ ਨਹੀਂ, ਤੇ ਜਿਹੜੇ ਸੂਬੇ ਦੇ ਨੌਜਵਾਨ ਸਾਡੀਆਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਣ, ਜਿਸ ਦੇਸ਼ ਦਾ ਕਿਸਾਨ, ਜਿਸ ਸੂਬੇ ਦਾ ਕਿਸਾਨ ਇਸ ਦੇਸ਼ ਦਾ ਢਿੱਡ ਭਰਦਾ ਹੋਵੇ, ਉਸ ਸੂਬੇ ਨੂੰ ਪ੍ਰਧਾਨ ਮੰਤਰੀ ਜੀ ਵੱਲੋਂ ਬਦਨਾਮ ਕਰਨਾ ਕਿ ਮੈਨੂੰ ਸਾਡੇ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਹਿਣਾ ਕਿ ਮੈਂ ਬਚ ਕੇ ਆ ਗਿਆ, ਆਪਣੇ ਮੁੱਖ ਮੰਤਰੀ ਨੂੰ ਕਹਿ ਦੇਣਾ, ਇਹ ਬਹੁਤ ਹੀ ਮੰਦਭਾਗਾ ਹੈ। ਮੁੱਖ ਮੰਤਰੀ ਜੀ ਦੀ ਵੱਲੋਂ ਉਹਨਾਂ ਦੀ ਪ੍ਰਧਾਨ ਮੰਤਰੀ ਜੀ ਦੀ ਸਿਕਿਉਰਿਟੀ ਵਿੱਚ ਹਰ ਤਰ੍ਹਾਂ ਦਾ ਜੋ ਪ੍ਰੋਟੋਕੋਲ ਹੈ ਉਹ ਵਰਤਿਆ ਗਿਆ। ਜੇ ਕਿਤੇ ਅਣਗਹਿਲੀ ਹੋਈ ਹੈ, ਸਾਡੇ ਮੁੱਖ ਮੰਤਰੀ ਜੀ ਜਦੋਂ ਉਹਨਾਂ ਦਾ ਰੂਟ ਲੱਗਿਆ ਹੁੰਦਾ, ਉਹ ਜਾ ਕੇ ਕਿਤੇ ਜਦੋਂ ਧਰਨੇ ਵਾਲੇ ਉਹਨਾਂ ਨੂੰ ਜਾ ਕੇ ਧਰਨਿਆਂ ਦੇ ਵਿੱਚ ਮਿਲਦੇ ਨੇ, ਉਹਨਾਂ ਨੂੰ ਤਾਂ ਅੱਜ ਤੱਕ ਕੋਈ ਖਤਰਾ ਹੋਇਆ ਨਹੀਂ। ਸੋ ਸਾਡੀ ਮੋਦੀ ਸਾਹਿਬ ਨੂੰ ਇਹੀ ਹੈ ਵੀ ਤੁਸੀਂ ਪੰਜਾਬੀਆਂ ਨੂੰ ਜੋ ਇਹ ਬਦਨਾਮ ਕਰਨ ਦੀ ਸਾਜ਼ਿਸ਼ ਕਰੀ ਜਾ ਰਹੀ ਹੈ, ਇਹ ਬਿਲਕੁਲ ਗਲਤ ਹੈ। ਜੇ ਸੂਬੇ ਦੇ ਨੌਜਵਾਨ ਆਪਣੇ ਦੇਸ਼ ਦੀਆਂ ਸਰਹੱਦਾਂ ਤੇ ਇਸ ਤਿਰੰਗੇ ਵਿੱਚ ਲਿਪਟ ਕੇ ਆਉਂਦੇ ਹੋਣ, ਉਸ ਸੂਬੇ ਦੇ ਲੋਕਾਂ ਨੂੰ, ਪੰਜਾਬੀਆਂ ਨੂੰ ਇੱਦਾਂ ਦੀ ਗੱਲ ਕਹਿਣਾ ਸ਼ੋਭਾ ਨਹੀਂ ਦਿੰਦਾ। ਮੈਂ ਨਿੰਦਾ ਕਰਦਾ ਤੇ ਕਿਤੇ ਜੇ ਪ੍ਰਧਾਨ ਮੰਤਰੀ ਜੀ ਦੀ ਸਿਕਿਉਰਿਟੀ 'ਚ ਕੋਈ ਕੁਤਾਹੀ ਹੋਈ ਹੈ, ਉਹਦੀ ਵੀ ਜ਼ਰੂਰ ਜਾਂਚ ਹੋਣੀ ਚਾਹੀਦੀ ਹੈ। ਸੁਪਰੀਮ ਕੋਰਟ ਦੀ ਐਜ਼ ਪਰ ਦਾ ਡਾਇਰੈਕਸ਼ਨ ਆਫ ਸੁਪਰੀਮ ਕੋਰਟ ਉਹਨਾਂ ਨੇ ਇੱਕ ਜਾਂਚ ਕਮੇਟੀ ਬਣਾਤੀ ਜੀ, ਬਾਕੀ ਸਾਰੀਆਂ ਜਾਂਚ ਰੋਕ ਦਿੱਤੀਆਂ ਗਈਆਂ ਜੀ। ਉਹਦਾ 2 ਦਿਨ ਬਾਅਦ ਰਿਜ਼ਲਟ ਆ ਜਾਏਗਾ ਜੀ। ਜਿਹੜਾ ਵੀ ਸਿਕਿਉਰਿਟੀ ਲੈਪਸ ਦੇ ਅੰਦਰ ਦੋਸ਼ੀ ਹੋਏਗਾ ਉਸ ਨੂੰ ਉਸਦੀ ਸਜ਼ਾ ਮਿਲੇਗੀ, ਉਹ ਇੱਕ ਅਲੱਗ ਪਾਰਟ ਹੈ। ਲੇਕਿਨ ਸਮੁੱਚੇ ਪੰਜਾਬੀਆਂ ਨੂੰ ਬਦਨਾਮ ਕਰ ਦੇਣਾ ਕਿ ਮੈਂ ਜਿੰਦਾ ਬਚ ਗਿਆ, ਇਸ ਗੱਲ ਦਾ ਜਿਹੜਾ ਦੁੱਖ ਹੈ ਉਹ ਸਾਰੇ ਪੰਜਾਬੀਆਂ ਨੂੰ ਲੱਗਾ, ਚਾਹੇ ਉਹ ਦੇਸ਼ ਵਿਦੇਸ਼ ਤੋਂ ਬਾਹਰ ਬੈਠੇ ਸੀ, ਚਾਹੇ ਉਹ ਆਪਣੇ ਘਰਾਂ 'ਚ ਬੈਠੇ ਸੀ, ਕਿਉਂਕਿ ਪੰਜਾਬੀ ਸਭਿਅਤਾ ਦੇ ਅੰਦਰ, ਪੰਜਾਬੀ ਪ੍ਰਾਹੁਣਚਾਰੀ ਦੇ ਅੰਦਰ, ਪੰਜਾਬੀ ਸਹਿਯੋਗ ਦੇ ਅੰਦਰ ਜੈ ਜਵਾਨ ਜੈ ਕਿਸਾਨ ਦਾ ਨਾਰਾ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਦਿੱਤਾ ਸੀ ਤਾਂ ਇਹਨਾਂ ਪੰਜਾਬੀਆਂ ਨੂੰ ਦਿੱਤਾ ਸੀ। ਜਦੋਂ ਸਾਡੇ ਡਿਸਟ੍ਰਿਕਟ ਰੋਪੜ ਦੇ ਅੰਦਰ, ਬਾਕੀ ਜ਼ਿਲ੍ਹਿਆਂ ਦੇ ਅੰਦਰ ਵੱਖ-ਵੱਖ ਜਿਹੜੇ ਸਾਡੇ ਨੌਜਵਾਨ ਹੈ ਸ਼ਹੀਦ ਹੋ ਕੇ ਤਿਰੰਗੇ 'ਚ ਲਿਪਟ ਕੇ ਆ ਰਹੇ ਹੈ, ਤਾਂ ਸਾਡੇ ਲੋਕ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਨਾਲ ਇਹੋ ਜਿਹਾ ਵਰਤਾਰਾ ਨਹੀਂ ਕਰ ਸਕਦੇ ਸੀ। ਪ੍ਰੋਟੈਸਟ ਲੋਕਤੰਤਰ ਦੀ ਸੁੰਦਰਤਾ ਹੈ,
ਪ੍ਰੋਟੈਸਟ ਲੋਕਤੰਤਰ ਦਾ ਹਿੱਸਾ ਹੈ। ਪ੍ਰੋਟੈਸਟ ਲੋਕਤੰਤਰ ਦਾ ਇੱਕ ਹੱਕ ਹੈ। ਜੇ ਲੋਕ ਪ੍ਰੋਟੈਸਟ ਕਰ ਰਹੇ ਸੀ ਉਹਨੂੰ 3 ਕਰੋੜ ਪੰਜਾਬੀਆਂ ਦੀ ਭਾਵਨਾਵਾਂ ਦੇ ਨਾਲ ਖਿਲਵਾੜ ਦੇ ਨਾਲ ਨਹੀਂ ਜੋੜਨਾ ਚਾਹੀਦਾ ਸੀ। ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਮੰਤਰੀ ਦੇ ਵਿਅੰਗ, ਪ੍ਰਧਾਨ ਮੰਤਰੀ ਤੁਸੀਂ ਸਿਰਫ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ, ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੋ ਅਤੇ ਤੁਹਾਡੀ ਜਾਨ ਨੂੰ ਖਤਰਾ ਕਹਿਣਾ ਇਸ ਸੂਬੇ ਅਤੇ ਸਮੁੱਚੀ ਪੰਜਾਬੀਅਤ ਦਾ ਅਪਮਾਨ ਹੈ। ਇਸੇ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਨੇ ਜਵਾਬੀ ਕਾਰਵਾਈ ਸ਼ਰਮਾ ਨੂੰ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਭ ਤੋਂ ਵੱਡੇ ਡਰਾਮੇਬਾਜ਼ ਹਨ। ਪੰਜਾਬ ਦਾ ਔਰ ਪੰਜਾਬੀਅਤ ਦਾ ਅਪਮਾਨ ਉਸ ਦਿਨ ਹੀ ਹੋ ਗਿਆ ਜਿਸ ਦਿਨ ਪ੍ਰਧਾਨ ਮੰਤਰੀ ਜੀ ਪੰਜਾਬ 'ਚ ਆਏ ਔਰ ਉਹਨਾਂ ਦੇ ਰਸਤੇ ਨੂੰ ਰੋਕਿਆ ਗਿਆ, ਸੁਰੱਖਿਆ ਦੇ ਨਾਲ ਖਿਲਵਾੜ ਕੀਤਾ ਗਿਆ ਔਰ ਉਸ ਰਸਤੇ ਤੋਂ ਉਹਨਾਂ ਨੂੰ ਲਿਆਂਦਾ ਗਿਆ ਜਿੱਥੇ ਤਥਾਕਥਿਤ ਗੁੰਡਾ ਤੱਤਵ ਕਾਂਗਰਸ ਦੁਆਰਾ ਪ੍ਰਯੋਜਿਤ ਕਰਕੇ ਸੜਕਾਂ ਤੇ ਬਿਠਾਏ ਗਏ ਸੀ ਔਰ ਇਹ ਕਹਿਣਾ ਕਿ ਉਹ ਅਚਾਨਕ ਆਏ ਨੇ, ਸਰ ਸਿੱਧੂ ਡਰਾਮਾ ਕਰ ਰਹੇ ਨੇ। ਪੂਰੇ ਪੰਜਾਬੀਆਂ ਨੂੰ ਪਤਾ ਹੈ ਕਿ ਡਰਾਮੇਬਾਜ਼ ਅਗਰ ਕੋਈ ਇੱਥੇ ਕੋਈ ਹੈਗਾ ਤੇ ਉਹ ਸਿੱਧੂ ਹੈਗਾ। ਉਸ ਵੇਲੇ ਪੰਜਾਬ ਦੀ ਹਰ ਸੜਕ ਦੇ ਉੱਤੇ ਜਿਹੜੀ ਫਿਰੋਜ਼ਪੁਰ ਵੱਲ ਜਾਂਦੀ ਸੀ, ਬੀਜੇਪੀ ਦੇ ਕਾਰਜਕਰਤਾ ਰੈਲੀ 'ਚ ਜਾਣ ਦੇ ਲਈ ਸੰਘਰਸ਼ ਕਰ ਰਹੇ ਸੀ। ਅਸੀਂ ਇਹਦੇ ਵੀਡੀਓ ਵੀ ਛਾਇਆ ਕੀਤੇ ਨੇ ਔਰ ਜਿੱਥੇ ਪ੍ਰਧਾਨ ਮੰਤਰੀ ਜੀ ਦਾ ਕਾਫਲਾ ਲੈ ਕੇ ਆਏ ਨੇ ਉਹ ਸੜਕ ਜਿਹੜੀ ਹੈ ਆਲਰੇਡੀ ਬੰਦ ਹੋ ਚੁੱਕੀ ਸੀ ਔਰ ਦੁਰਭਾਗੇ ਦੀ ਗੱਲ ਇਹ ਹੈ ਕਿ ਪ੍ਰਤੱਖਦਰਸ਼ੀਆਂ ਨੇ ਦੇਖਿਆ ਹੈ ਕਿ ਪੁਲਿਸ ਉਹਨਾਂ ਨੂੰ ਐਸਕॉर्ट ਕਰਕੇ ਲੈ ਕੇ ਆਂਦੀ ਹੈ, ਸੜਕ ਤੇ ਬਿਠਾਉਂਦੀ ਹੈ, ਟਰੈਲੀਆਂ ਲਗਾਉਂਦੀ ਹੈ, ਬੀਜੇਪੀ ਦੀਆਂ ਬੱਸਾਂ ਨੂੰ ਰੋਕਦੀ ਹੈ ਔਰ ਬੀਜੇਪੀ ਦੇ ਕਾਰਜਕਰਤਾ ਅੱਗੇ ਵਧਣ ਦੇ ਲਈ ਸੰਘਰਸ਼ ਕਰ ਰਹੇ ਨੇ ਔਰ ਇੱਕ ਸਥਾਨ ਤੇ ਨਹੀਂ 21 ਜਗ੍ਹਾ ਦੇ ਉੱਤੇ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਬੱਸਾਂ ਜਿਹੜੀਆਂ ਰੋਕੀਆਂ ਗਈਆਂ। ਇਹ ਪੂਰੇ ਪੰਜਾਬੀਆਂ ਨੂੰ ਪਤਾ ਹੈ ਔਰ ਇਹਨਾਂ ਨੂੰ ਵੀ ਪਤਾ ਹੈ ਕਿ ਲੱਖਾਂ ਦੀ ਤਾਦਾਦ ਦੇ ਅੰਦਰ ਲੋਕ ਸਵੇਰੇ ਬਾਰਿਸ਼ ਦੇ ਬਾਵਜੂਦ ਵੀ ਘਰੋਂ ਰੈਲੀ ਦੇ ਲਈ ਨਿਕਲੇ ਔਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਵਿਚਾਰ ਸੁਣਨ ਲਈ ਉਹ ਰੈਲੀ ਵੱਲ ਵਧੇ। ਚਾਹੇ ਕੱਥੂ ਨੰਗਲ ਦਾ ਬਾਰਡਰ ਹੋਏ, ਚਾਹੇ ਅੰਮ੍ਰਿਤਸਰ ਤਰਨਤਾਰਨ ਦਾ ਰੋਡ ਹੋਏ, ਚਾਹੇ ਹਰੀਕਾ ਪੱਤਨ ਹੋਏ, ਚਾਹੇ ਮਲੋਟ ਹੋਏ, ਚਾਹੇ ਬਠਿੰਡੇ ਦੀ ਸੜਕ ਹੋਏ, ਚਾਹੇ ਮੋਗੇ ਤੋਂ ਲੁਧਿਆਣਾ ਤੋਂ ਮੋਗੇ ਵਾਲੀ ਸੜਕ ਹੋਏ। ਇਹਨਾਂ ਨੇ 15-15 20-20 ਜਣੇ ਉਹ ਲੋਕ ਜਿਨ੍ਹਾਂ ਨੂੰ ਪੰਜਾਬ ਦਾ ਅਮਨ ਤੇ ਸ਼ਾਂਤੀ ਚੰਗੀ ਨਹੀਂ ਲੱਗਦੀ, ਸਰਕਾਰ ਪੂਰੀ ਤਰ੍ਹਾਂ ਨਾਲ ਇਸ ਰੈਲੀ ਤੋਂ ਬੁਖਲਾਈ ਹੋਈ ਸੀ। ਇਸ ਕਰਕੇ ਉਹ ਰੈਲੀ ਤੱਕ ਲੋਕੀ ਨਾ ਪੁੱਜਣ, ਉਹਦੇ ਲਈ ਕਿਸਾਨ ਦਾ ਮੋਢਾ ਇੱਕ ਵਾਰੀ ਫਿਰ ਪ੍ਰਯੋਗ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਦੇ ਦੌਰਾਨ ਕਥਿਤ ਸੁਰੱਖਿਆ ਚੂਕ ਦੇ ਮਾਮਲੇ ਦੇ ਮੁੱਦੇ ਨੂੰ ਲੈ ਕੇ ਅੱਜ ਬੀਜੇਪੀ ਵੱਲੋਂ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਣਾ ਸੀ, ਜਿਸ ਦੇ ਤਹਿਤ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਬੀਜੇਪੀ ਆਗੂਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਪ੍ਰਦਰਸ਼ਨ ਦੇ ਦੌਰਾਨ ਇੱਕ ਨਿਹੰਗ ਸਿੰਘ ਵੱਲੋਂ ਉੱਥੇ ਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕੁਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ, ਜਿਸ ਤੋਂ ਬਾਅਦ ਬੀਜੇਪੀ ਆਗੂਆਂ ਤੇ ਨਿਹੰਗ ਸਿੰਘਾਂ ਵਿੱਚ ਜੰਮ ਕੇ ਤਕਰਾਰ ਹੋਇਆ। ਤਕਰਾਰ ਇੰਨੀ ਵੱਧ ਗਈ ਕਿ ਪੁਲਿਸ ਨੂੰ ਆ ਕੇ ਮੌਕਾ ਸੰਭਾਲਣਾ ਪਿਆ। ਇਸ ਦੌਰਾਨ ਰੋਸ ਵਿੱਚ ਆਏ ਬੀਜੇਪੀ ਆਗੂਆਂ ਨੇ ਪੁਲਿਸ ਕਮਿਸ਼ਨਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਸਮਾਜਿਕ ਤੱਤਵ ਸਾਡੇ ਧਰਨੇ 'ਚ ਆ ਕੇ ਬਕਵਾਸ ਕਰਨ ਲੱਗਾ ਹੋਇਆ ਔਰ ਪੁਲਿਸ ਦੀ ਏਡੀ ਵੱਡੀ ਨਲਾਇਕੀ ਕੋਲ ਖੜ ਕੇ ਪੁਲਿਸ ਉਹਨੂੰ ਰੋਕਣ ਦੀ ਬਜਾਏ ਸਾਨੂੰ ਲੋਕਾਂ ਨੂੰ ਫੜਦੀ ਪਈ ਹੈ। ਇਹੀ ਕੁਝ ਪੁਲਿਸ ਨੇ ਪਰਸੋਂ ਫਿਰੋਜ਼ਪੁਰ 'ਚ ਕੀਤਾ, ਜੋ ਅੱਜ ਲੁਧਿਆਣੇ 'ਚ ਹੋ ਰਿਹਾ। ਲਾਅ ਐਂਡ ਆਰਡਰ ਦਾ ਪੰਜਾਬ 'ਚ ਏਡਾ ਬੁਰਾ ਹਾਲ ਹੈ। ਡੀਜੀਪੀ ਸਾਹਿਬ ਚੂੜੀਆਂ ਪਾਓ ਤੇ ਆਪਣੇ ਦਫ਼ਤਰ 'ਚ ਬਹਿ ਜਾਓ, ਨਹੀਂ ਤਾਂ ਅਸੀਂ ਭੇਜ ਦਿੰਦੇ ਹਾਂ। ਇਸ ਤੋਂ ਬਾਅਦ ਪੰਜਾਬ 'ਚ ਪੁਲਿਸ ਦਾ ਮਾੜਾ ਹਾਲ ਨਹੀਂ ਹੋ ਸਕਦਾ ਜੋ ਅੱਜ ਕਰ ਰਹੀ ਹੈ ਪੰਜਾਬ ਪੁਲਿਸ ਪੰਜਾਬ ਦੇ ਵਿੱਚ। ਭਾਈ ਸਾਹਿਬ ਅਸੀਂ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੇ ਹਾਂ ਉੱਥੇ ਬੈਠੇ, ਤੇ ਇੱਕ ਬੰਦਾ ਵਿੱਚ ਵੜ ਕੇ ਵੀਡੀਓ ਬਣਾ ਕੇ ਗਾਲਾਂ ਕੱਢੇ ਮੋਦੀ ਜੀ ਬਾਰੇ ਔਰ ਪੁਲਿਸ ਉਹਨੂੰ ਰੋਕਣ ਦੀ ਬਜਾਏ ਜਦੋਂ ਅਸੀਂ ਉਹਨੂੰ ਰੋਕਦੇ ਹਾਂ ਤਾਂ ਪੁਲਿਸ ਸਾਨੂੰ ਪੈਂਦੀ ਹੈ। ਇਹ ਕਿੱਥੇ ਦੀ ਇਨਸਾਨੀਅਤ ਹੈ? ਫਿਰ ਪੁਲਿਸ ਕਹਿੰਦੀ ਹੈ ਵੀ ਉਹ ਮੂਰਖ ਆਦਮੀ ਹੈ, ਤੁਸੀਂ ਪੜ੍ਹੇ ਲਿਖੇ ਹੋ। ਉਹ ਅਸੀਂ ਪੜ੍ਹੇ ਲਿਖਿਆ ਨੇ ਸਾਰੀ ਉਮਰ ਕੁੱਟ ਖਾਣ ਦਾ ਹੀ ਠੇਕਾ ਲਿਆ ਹੋਇਆ। परसों फिरोजपुर भी पुलिस यही कहती थी वो मूर्ख आदमी ने जी तुम पढ़े लिखे डंडे बरसाए गए फिरोजपुर के कांग्रेस को आज नहीं 5 जनवरी कल जब देश के प्रधानमंत्री हमारे पंजाब में बहुत ही पंजाब को तोहफा देने वाले थे, पंजाब के बारे में सोच के आए थे कि पंजाब को खुशहाली के लिए मैं कुछ करके आऊँ। उस टाइम कुछ गुंडों ने मिलके चन्नी सरकार के साथ मिलके
चन्नी सरकार और डीजीपी जो पंजाब है, इन्होंने दोनों ने मिलकर आपस में समझौता करके जो पंजाब का माहौल खराब करना चाहा है, देश की जनता सब देख रही है। मैं तो ये चाहता हूँ कि पंजाब के डीजीपी को और पंजाब के जड़े सीएम है चन्नी जी, दोनों पे पर्चा दर्ज करके इनको अरेस्ट करना चाहिए, क्योंकि मुझे ऐसा लग रहा है कि इनके पाकिस्तान के कुछ साथ संबंध हैं, क्योंकि पाकिस्तान 30 किलोमीटर का दूर बॉर्डर है, तो उसी वजह से कोई ना कोई हमला करना चाहते थे, सारे देश का माहौल खराब करना चाहते थे। ये तभी क्लियर हो सकता है और डीजीपी और पंजाब के जो सीएम है, दोनों के ऊपर पर्चा हो और इनकी इंक्वायरी हो और इनको अरेस्ट किया जाए। आज जो 5 तारीख को सारे जो पंजाब में हमारे मोदी जी का इन्होंने अपमान किया है, हमारे पंजाब का जो इन्होंने कुछ लोगों ने अपमान किया है, हम उसके अपना शांतिपूर्वक धरना दे रहे थे। आज भी यहाँ पे कुछ उन्होंने गुंडे भेजे जो मोदी जी को गाली निकाल के एकदम भाग गए। मैं लुधियाना के सीपी को भी कहना चाहता हूँ कि ऐसी दोबारा हरकत ना करवाना, नहीं तो बहुत महंगा पड़ेगा। सीपी साहब, ये लुधियाना है, कोई बख्शा नहीं जाएगा। पंजाब के बीजेपी का एक वर्कर आज उस लड़ाई को लड़ने को तैयार है जो आप चाहते हो, लेकिन हम माहौल खराब करना नहीं चाहते। हम किसी से कमजोर नहीं हैं। ਪਠਾਨਕੋਟ ਵਿੱਚ ਦੇ ਪ੍ਰਧਾਨ ਮੰਤਰੀ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕੋਤਾਹੀ ਨੂੰ ਲੈ ਕੇ ਜੋ ਵੀ ਜ਼ਿੰਮੇਵਾਰ ਹੈ ਉਸ ਖਿਲਾਫ ਬਣਦੀ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਦਾ ਘਿਰਾਓ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਸ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਕੋਤਾਹੀ ਹੋਈ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਤੇ ਦਿੱਲੀ ਵਿੱਚ ਬੈਠੇ ਆਪਣੇ ਕਾਮਾਂ ਨੂੰ ਖੁਸ਼ ਕਰਨ ਦੇ ਲਈ ਪੰਜਾਬ ਸਰਕਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਾਨ ਵੀ ਖਤਰੇ ਵਿੱਚ ਪਾ ਦਿੱਤੀ ਸੀ। 5 ਜਨਵਰੀ ਨੂੰ 2022 ਪੰਜਾਬ ਦੇ ਲੋਕਤੰਤਰ ਲਈ ਕਾਲਾ ਦਿਨ ਰਿਹਾ। ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਾਲ ਜਿਸ ਪ੍ਰਕਾਰ ਖਿਲਵਾੜ ਕੀਤਾ ਔਰ ਉਸ ਤੋਂ ਬਾਅਦ ਜਿਸ ਪ੍ਰਕਾਰ ਕਾਂਗਰਸ ਦੇ ਨੇਤਾ ਨੇ ਬਿਆਨਬਾਜ਼ੀ ਕੀਤੀ ਹੈ, ਉਹਦੇ ਵਿਰੋਧ ਦੇ ਅੰਦਰ ਅੱਜ ਪੰਜਾਬ ਦੇ ਅੰਦਰ जगह जगह ते पार्टी जिहड़ी है वो धरना दे रही है और डीजी नूं और होम मिनिस्टर नूं तत्काल बर्खास्त करन दी मंग कर रही है। देश का प्रधानमंत्री देश का सिरमौर हुंदा है। संविधानिक पद ते बैठे होया व्यक्ति किसी पार्टी का नहीं हुंदा। उन्हां दी सुरक्षा दे अंदर अगर इस प्रकार की चूक है कि एक गहरी साजिश है और इस साजिश के अंदर दिल्ली च बैठे कांग्रेस दे अपने आकामां नूं खुश करन दे लई देश के प्रधानमंत्री दे जीवन नूं भी दाव ते लगान तो हिचकिचाहट नहीं कीती। इस करके उन्हां दा विरोध हर जगह असीं कर रहे हैं। 2017 ਦੇ ਵਿੱਚ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਕਰਕੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਅੱਜ ਤੱਕ ਆਪਣਾ ਇਹ ਵਾਅਦਾ ਪੂਰਾ ਨਹੀਂ ਕਰ ਸਕੀ। ਪਰੰਤੂ ਕਾਂਗਰਸੀ ਸਰਕਾਰ ਕੁਝ ਅਜਿਹੇ ਫੈਸਲੇ ਕਰ ਗਈ ਜਿਸ ਦੇ ਨਾਲ ਪਹਿਲਾਂ ਤੋਂ ਰੁਜ਼ਗਾਰ ਤੇ ਲੱਗੇ ਨੌਜਵਾਨ ਵੀ ਬੇਰੁਜ਼ਗਾਰ ਦੀ ਕਗਾਰ ਤੇ ਪਹੁੰਚ ਚੁੱਕੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਮਿੰਨੀ ਬੱਸ ਆਪਰੇਟਰਾਂ ਦਾ। ਰੂਪਨਗਰ ਦੇ ਵਿੱਚ ਇਕੱਠੇ ਹੋਏ ਮਿੰਨੀ ਬੱਸ ਆਪਰੇਟਰਾਂ ਨੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਮਿੰਨੀ ਬੱਸ ਆਪਰੇਟਰਾਂ ਨੇ ਕਾਂਗਰਸੀ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਘਰ ਘਰ ਰੁਜ਼ਗਾਰ ਤੱਕ ਕੀ ਦੇਣਾ ਸੀ, ਜਿਹੜਾ ਰੁਜ਼ਗਾਰ ਉਹਨਾਂ ਦੇ ਕੋਲ ਹੈ ਉਹ ਵੀ ਖੋਹ ਲਿਆ ਗਿਆ। ਸਾਡੇ ਰੋਪੜ ਦੇ ਤੋਂ ਆਪਰੇਟਰ ਵੱਖ-ਵੱਖ ਰੂਟਾਂ ਨੂੰ ਚੱਲਦੇ ਆ, ਮਿੰਨੀਆਂ ਬੱਸਾਂ ਦੇ ਆਪਰੇਟਰ ਜੀਐਮ ਸਾਹਿਬ ਨੇ ਤੇ ਆਰਟੀਏ ਸਾਹਿਬ ਪਟਿਆਲਾ, ਇਹਨਾਂ ਨੇ ਬਿਨਾਂ ਸਾਡੇ ਆਪਰੇਟਰਾਂ ਨੂੰ ਨੋਟਿਸ ਦਿੱਤਿਆਂ ਬਿਨਾਂ ਦੱਸਿਆ ਪੁੱਛਿਆਂ ਤੋਂ ਬਗੈਰ ਸਾਡੀਆਂ ਮਿੰਨੀਆਂ ਬੱਸਾਂ ਦੇ ਟਾਈਮ ਟੇਬਲ ਦੇ ਵਿੱਚੋਂ ਗੱਡੀਆਂ ਬਾਹਰ ਕੱਢਤੀਆਂ ਨੇ। ਇਹਨਾਂ ਮੇਰੇ ਨਾਲ ਗੱਲ ਕੀਤੀ ਸੀ। ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਰੋਪੜ ਦੇ ਵਿੱਚ ਅੱਜ ਆਏ ਹਾਂ। ਅੱਜ ਅਸੀਂ ਜੀਐਮ ਸਾਹਿਬ ਨੂੰ ਮਿਲਣਾ ਸੀ, ਉਹ ਨਹੀਂ ਮਿਲੇ। ਆਰਟੀਏ ਸਾਹਿਬ ਨਾਲ ਮੇਰੇ ਫੋਨ ਤੇ ਗੱਲ ਹੋਈ ਹੈ। ਸਾਡੀ ਜਥੇਬੰਦੀ ਵੱਲੋਂ ਸਾਰੇ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਹ ਮੁੜ ਸਾਡਾ ਜਿਹੜਾ ਪੁਰਾਣਾ ਟਾਈਮ ਟੇਬਲ ਹੈ ਉਹਨੂੰ ਬਹਾਲ ਕੀਤਾ ਜਾਵੇ। ਜੇ ਨਾ ਕੀਤਾ ਤੇ ਸਾਨੂੰ ਮਜਬੂਰੀ ਕਾਰਨ ਸੜਕਾਂ ਤੇ ਆਉਣਾ ਪਵੇਗਾ ਪਰਿਵਾਰਾਂ ਸਮੇਤ। ਕਾਰਨ ਕੀ ਮੰਨਦੇ ਹੋ, ਕਿਉਂ ਕੱਟੇ ਗਏ ਆ? ਕੀ ਟੈਕਸ ਟੁਕਸ ਦਾ ਕਾਰਨ ਧੱਕੇਸ਼ਾਹੀ, ਵੱਡੇ ਘਰਾਂ ਦੀਆਂ ਗੱਡੀਆਂ ਬੰਦ ਕਰਨੀਆਂ। ਰੋਜ਼ ਜੇ ਆਪਾਂ ਸੁਣਦੇ ਆ ਸਾਰੇ ਮੀਡੀਆ ਦੇ ਵਿੱਚ ਆ ਰਿਹਾ ਵੱਡੀਆਂ ਇਹ ਮਾਫੀਆ ਜੀ ਮਾਫੀਆ ਜਿਹੜੇ ਹੈਗੇ ਉਹਨਾਂ ਦੀਆਂ ਗੱਡੀਆਂ ਚੱਲਣ ਡੀਆਂ। ਜਿਹੜੇ ਗਰੀਬ ਲੋਕ ਸੀ ਜਿਨ੍ਹਾਂ 25-30 ਲੱਖ ਰੁਪਈਆ ਲਾ ਕੇ 40 ਸਾਲ ਹੋ ਗਿਆ ਇੱਕ ਆਪਰੇਟਰ ਨੂੰ। 40 ਸਾਲ ਜਿਹੜੇ ਬੰਦੇ ਨੇ ਮਿਨੀ ਬੱਸ ਤੇ ਕੰਮ ਕੀਤਾ ਉਹ 40 ਸਾਲ ਦੀ ਉਮਰ ਭੋਗ ਕੇ ਉਹ ਗਾੜੀ ਕਿੱਥੇ ਕੰਮ ਕਰੂ ਹੁਣ ਜਾ ਕੇ।
ਪਰਮਿਟ ਸਾਡੇ ਇਹਨਾਂ ਨੇ ਬਿਨਾਂ ਪੁੱਛਿਆਂ ਤੋਂ ਪਰਮਿਟ ਸਾਡੇ ਵੈਲਿਡ ਵੀ ਕਈ ਪਰਮਿਟ ਸਾਡੇ 2023 ਤੱਕ ਵੈਲਿਡ ਆ। ਜੀਐਮ ਸਾਹਿਬ ਨੇ ਦਾਬੇ ਮਾਰ ਕੇ ਸਾਡੀਆਂ ਗੱਡੀਆਂ ਇੱਥੇ ਖਿਲਾਰਤੀਆਂ। ਅਨੰਦਪੁਰ ਸਾਹਿਬ ਨੂੰ ਇੱਕ ਆਪਰੇਟਰ ਦੀਆਂ ਸਾਡੀਆਂ 2 ਗੱਡੀਆਂ ਨੇ, ਜੀਐਮ ਸਾਹਿਬ ਨੇ ਆਪਣਾ ਰੋਪੜ ਵਾਲਿਆਂ ਨੇ ਉਹਨਾਂ ਦੀਆਂ ਗੱਡੀਆਂ ਸਾਡੀਆਂ ਖਿਲਾਰਤੀਆਂ। ਸਾਡੇ ਕੋਲ ਪ੍ਰੂਫ ਵੀ ਹੈਗਾ। ਬੀਤੇ ਦਿਨੀ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਰੱਦ ਹੋਈ ਬੀਜੇਪੀ ਦੀ ਰੈਲੀ ਤੋਂ ਬਾਅਦ ਹੁਣ ਬੀਜੇਪੀ ਦੇ ਵੱਲੋਂ ਕਾਂਗਰਸ ਸਰਕਾਰ ਨੂੰ ਘੇਰਨ ਦੇ ਲਈ ਪੰਜਾਬ ਭਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਚੱਲਦਿਆਂ ਰੂਪਨਗਰ ਦੇ ਵਿੱਚ ਰੂਪਨਗਰ ਦੇ ਵਿੱਚ ਬੀਜੇਪੀ ਦੇ ਵਰਕਰਾਂ ਵੱਲੋਂ ਕਾਂਗਰਸ ਸਰਕਾਰ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਗਈ। ਇਹ ਜਿਹੜਾ ਅੱਜ ਦਾ ਪ੍ਰਦਰਸ਼ਨ ਹੈ ਜੀ, ਇਹ ਅਸੀਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਜਿਹੜੀ 5 ਤਰੀਕ ਨੂੰ ਜਿਹੜਾ ਉਹਨਾਂ ਦਾ ਪ੍ਰੋਗਰਾਮ ਸੀਗਾ, ਉਹਨੂੰ ਕੁਝ ਹੀ ਸਾਜ਼ਿਸ਼ ਦੇ ਤਹਿਤ ਜਿਹੜਾ ਹੈਗਾ ਉਸ ਪ੍ਰੋਗਰਾਮ ਨੂੰ ਜਿਹੜਾ ਜੋਪਰਡਾਈਜ਼ ਕੀਤਾ ਗਿਆ, ਡਿਸਰਪਟ ਕੀਤਾ ਗਿਆ, ਉਹਦੇ ਜਿਹੜਾ ਗੁੱਸੇ ਦੇ ਵਿੱਚ ਜਿਹੜਾ ਹੈ ਜੀ ਅਸੀਂ ਆਪਣਾ ਪ੍ਰੋਟੈਸਟ ਇੱਥੇ ਜਿਹੜਾ ਹੈਗਾ ਕੀਤਾ ਹੈਗਾ ਜੀ। ਔਰ ਆਪਣਾ ਜਿਹੜਾ ਮੰਗ ਪੱਤਰ ਹੈ ਉਹ ਐਸਡੀਐਮ ਸਾਹਿਬ ਨੂੰ ਦਿੱਤਾ ਹੈ। ਮੰਗ ਪੱਤਰ ਦਿੱਤਾ ਗਿਆ, ਮੰਗ ਪੱਤਰ ਵਿੱਚ ਕੀ ਮੰਗਾਂ ਰੱਖੀਆਂ ਗਈਆਂ, ਕੀ ਡਿਮਾਂਡ ਕੀਤੀ ਗਈ ਤੁਹਾਡੇ ਵੱਲੋਂ? ਅਸੀਂ ਇਹਦੇ ਵਿੱਚ ਇਹ ਮੰਗ ਕੀਤੀ ਹੈ ਜੀ ਵੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਅਸੀਂ ਮੰਗ ਪੱਤਰ ਲਿਖਿਆ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਇਹਨੂੰ ਇਮੀਡੀਏਟਲੀ ਡਿਸਮਿਸ ਕੀਤਾ ਜਾਵੇ। ਲਾਅ ਐਂਡ ਆਰਡਰ ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਚੁੱਕੀ ਹੈ ਜੀ। ਹੁਣ ਤਾਂ ਆਲਮ ਇਹ ਆ ਚੁੱਕਾ ਹੈ, ਕਿਉਂਕਿ ਅੱਗੇ ਤਾਂ ਛੁੱਟ-ਮੁੱਟ ਖਬਰਾਂ ਪਿੰਡਾਂ 'ਚੋਂ ਆਉਂਦੀਆਂ ਸੀਗੀਆਂ, ਸ਼ਹਿਰਾਂ 'ਚੋਂ ਆਉਂਦੀਆਂ ਸੀਗੀਆਂ, ਬਟ ਆਲਮ ਅੱਜ ਇਹ ਹੋ ਚੁੱਕਾ ਹੈ ਵੀ ਇਹ ਪ੍ਰਧਾਨ ਮੰਤਰੀ ਤੱਕ ਜਿਹੜਾ ਹੈਗਾ ਆ ਦੇਸ਼ ਦੀ ਗਰਿਮਾ ਦੇ ਨੂੰ ਗਲ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹ ਸਰਕਾਰ ਜਿਹੜੀ ਹੈ ਟੋਟਲੀ ਖਤਮ ਹੋ ਚੁੱਕੀ ਹੈ। ਇਹ ਸਰਕਾਰ ਨੂੰ ਡਿਸਮਿਸ ਕਰਕੇ ਇਮੀਡੀਏਟਲੀ ਪ੍ਰੈਜ਼ੀਡੈਂਟ ਰੂਲ ਲਾਉਣਾ ਚਾਹੀਦਾ। ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਨੇ ਅੱਗੇ ਤਾਂ ਉਹਨਾਂ ਨੂੰ ਲਾਰਿਆਂ ਦਾ ਮੁੱਖ ਮੰਤਰੀ ਕਹਿਣ ਦੇ ਸੀ। ਹੁਣ ਆ ਸਟੇਟਮੈਂਟਾਂ ਜਿਹੜੀਆਂ ਉਹਨਾਂ ਨੇ ਇੱਕ ਦੇ ਦਿਨ 'ਚ ਦਿੱਤੀ, ਉਹਦੇ ਨਾਲ ਝੂਠ ਦਾ ਮੰਤਰੀ ਕਹਿਣ ਲੱਗ ਪਏ ਆ। ਕਦੀ ਤਾਂ ਕਹਿੰਦੇ ਮੈਂ ਪ੍ਰੋਟੋਕਾਲ ਦੇ ਹਿਸਾਬ ਨਾਲ ਚੀਫ ਮਿਨਿਸਟਰ ਨੂੰ ਰਿਸੀਵ ਕਰਨਾ ਚਾਹੀਦਾ ਸੀ, ਕਦੀ ਕਹਿੰਦੇ ਮੈਂ ਆਪਣੇ ਆਪ ਨੂੰ ਕੁਆਰੰਟਾਈਨ ਕੀਤਾ, ਫਿਰ 2 ਘੰਟਿਆਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਕਿ ਪ੍ਰੈਸ ਭਾਈਚਾਰਾ ਜਿਹੜਾ ਉਹਨੂੰ ਕਰੋਨਾ ਨਹੀਂ ਹੋਏਗਾ। ਉਸ ਤੋਂ ਬਾਅਦ ਅਗਲੇ ਦਿਨ ਆਪਣੀ ਕੌਂਸਟੀਚੁਐਂਸੀ 'ਚ ਰੈਲੀ ਕਰਦੇ ਨੇ ਕਿ ਉੱਥੇ ਲੋਕਾਂ ਨੂੰ ਕਰੋਨਾ ਨਹੀਂ ਹੋਏਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੇ ਬੇਬਾਕ ਭਾਸ਼ਣ ਕਾਰਨ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੇ ਹਨ। ਨਵਜੋਤ ਸਿੱਧੂ ਦੀ ਪੰਜਾਬ ਪੁਲਿਸ ਦੇ ਖਿਲਾਫ ਕੀਤੀ ਟਿੱਪਣੀ ਦਾ ਮਾਮਲਾ ਹਾਲੇ ਠੰਡਾ ਨਹੀਂ ਸੀ ਪਿਆ ਕਿ ਹੁਣ ਸਿੱਧੂ ਵੱਲੋਂ ਬੀਤੇ ਦਿਨੀ ਗੂਗਾ ਜ਼ਹਰ ਪੀਰ ਨਾਲ ਸਿਆਸੀ ਲੀਡਰਾਂ ਦੀ ਤੁਲਨਾ ਸੰਬੰਧੀ ਦਿੱਤੇ ਵਿਵਾਦਿਤ ਬਿਆਨ ਦੇ ਵਿਰੋਧ ਵਿੱਚ ਸ਼ਿਵ ਸੈਨਾ ਪੰਜਾਬ ਜ਼ਿਲ੍ਹਾ ਰੂਪਨਗਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਅੱਜ ਜਿਹੜਾ ਕੀ ਪ੍ਰਦਰਸ਼ਨ ਕੀਤਾ, ਕਿਹਦੇ ਵੱਲੋਂ ਕੀਤਾ ਗਿਆ? ਅੱਜ ਸ਼ਿਵ ਸੈਨਾ ਪੰਜਾਬ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਅਸੀਂ ਪੂਰਾ ਬਾਜ਼ਾਰ ਦੇ ਵਿੱਚ, ਰੋਪੜ ਸ਼ਹਿਰ ਦੇ ਬਾਜ਼ਾਰ 'ਚ ਜਲੂਸ ਕੱਢ ਕੇ ਉਸ ਭੰਡ ਨੂੰ ਫੂਕਣ ਆਏ ਆ। ਉਰੇ ਸਿਰਫ ਇਹ ਨਵਜੋਤ ਸਿੰਘ ਸਿੱਧੂ ਭੌਂਕਾ ਲੋਕਾਂ ਨੂੰ ਖੁਸ਼ ਕਰ ਸਕਦਾ ਹੈ, ਸੁੱਬਾ ਨਹੀਂ ਚਲਾ ਸਕਦਾ। ਜੋ ਸਾਡੇ ਸੂਬੇ ਦਾ ਨੁਕਸਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਇਹਨਾਂ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੀਤਾ, ਉਹ ਅੱਜ ਤੱਕ 60 ਸਾਲ ਦੇ ਵਿੱਚ ਕਿਸੇ ਨੇ ਨਹੀਂ ਕੀਤਾ। ਬੜੇ ਦੁੱਖ ਦੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਇਹ ਨਹੀਂ ਪਤਾ ਉਹ ਪੰਜਾਬ ਪੁਲਿਸ ਜਿਹੜੀ ਸਾਡੀ ਸੁਰੱਖਿਆ ਕਰਦੀ ਹੈ ਉਹਦੇ ਬਾਰੇ ਗਲਤ ਬੋਲ ਰਿਹਾ। ਇਹ ਉਹਨਾਂ ਨੂੰ ਕਹਿ ਰਿਹਾ ਪਿਸ਼ਾਬ ਕਰ ਦਾਂਗੇ। ਅਸੀਂ ਪੁੱਛਣਾ ਚਾਹੁੰਦੇ ਵੀ ਜੇ ਤੈਨੂੰ ਪੰਜਾਬ ਪੁਲਿਸ ਤੇ ਵਿਸ਼ਵਾਸ ਨਹੀਂ, ਫਿਰ ਤੂੰ ਸਾਡਾ ਪ੍ਰਧਾਨ ਕਿਉਂ ਬਣਿਆ ਸੂਬੇ ਦਾ? ਸੂਬੇ ਦੇ ਲੋਕਾਂ ਨੇ ਤੈਨੂੰ ਵਿਸ਼ਵਾਸ ਨਹੀਂ। ਇਹ ਸਾਡੇ ਦੇਵੀ ਦੇਵਤਿਆਂ ਦਾ ਅਪਮਾਨ ਕਰਦਾ। ਇਸ ਭੌਂਕੇ ਭੰਡ ਨੂੰ ਇਹ ਨਹੀਂ ਪਤਾ ਕਿ ਸਾਡੇ ਪੰਜਾਬ ਦਾ ਜਿਹੜਾ ਪੰਜਾਬ ਦੇ ਲੋਕ ਹਰ ਧਰਮ ਦਾ ਸਤਿਕਾਰ ਕਰਦੇ ਨੇ। ਇੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਇਕੱਠੇ ਰਹਿੰਦੇ ਨੇ। ਸੂਬੇ ਦੀ ਜਿਹੜੀ ਆਪਸ ਦੇ ਵਿੱਚ ਭਾਈਚਾਰਾ ਬੜਾ ਵਧੀਆ ਗੂੜਾ, ਪਰ ਇਹ ਬੰਦਾ ਸਾਡਾ ਖਰਾਬ ਕਰ ਰਿਹਾ। ਜਦ ਤੋਂ ਇਹ ਪੰਜਾਬ ਸਰਕਾਰ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਲੋਕਾਂ ਨੂੰ ਰਾਜ ਦਿੱਤਾ, ਸਾਡੇ ਇੱਥੇ ਬੇਅਦਬੀ ਦੀਆਂ ਘਟਨਾ ਵਾਪਰੀਆਂ, ਇੱਥੇ ਲੁੱਟ ਖੋਹ ਦੀਆਂ ਘਟਨਾ ਵਾਪਰੀਆਂ, ਇੱਥੇ ਪੰਜਾਬ ਸੂਬਾ ਸਾਡਾ ਇੰਨਾ ਪਿੱਛੇ ਚਲੇ ਗਿਆ। ਅਸੀਂ ਲੋਕਾਂ ਨੂੰ ਇਹਨੇ ਕੰਗਾਲ ਬਣਾਤਾ। ਇਹ ਲੋਕਾਂ ਨੂੰ ਫਰੀ ਦੀਆਂ ਚੀਜ਼ਾਂ ਦੇ ਕੇ ਸਾਡੇ ਲੋਕ ਦੇ ਵਪਾਰੀ ਵਰਗ ਨੂੰ ਕੰਗਾਲ ਬਣਾਤਾ। ਸ਼ਿਵ ਸੈਨਾ ਪੰਜਾਬ ਬੜੀ ਦੇਰ ਤੋਂ ਮੰਗ ਕਰਦੀ ਆ ਰਹੀ ਸੀ ਕਿ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਹੋਣਾ ਚਾਹੀਦਾ ਹੈ। ਜੇ ਹਿੰਦੂ ਮੁੱਖ ਮੰਤਰੀ ਹੁੰਦਾ ਤਾਂ ਪ੍ਰਧਾਨ ਮੰਤਰੀ ਜਿਹੜਾ 200 ਕਰੋੜ ਰੁਪਇਆ ਦੇ ਕੇ ਪੰਜਾਬ ਦੇ ਵਿੱਚ 3 ਹਸਪਤਾਲ, ਇੰਡਸਟਰੀ, ਟੈਕਸ ਫਰੀ ਕਰਨ ਜਾ ਰਹੇ ਸੀ, ਜਿਹੜਾ ਅੱਤਵਾਦ ਦੌਰਾਨ ਇੱਥੇ ਕਰਜ਼ਾ ਸੀ ਉਹ ਮਾਫ ਕਰਨ ਜਾ ਰਹੇ ਸੀ, ਇਹਨਾਂ ਦੀ ਬਦੌਲਤ ਉਹ ਵਾਪਸ ਗਏ। 5 ਜਨਵਰੀ ਨੂੰ ਫਿਰੋਜ਼ਪੁਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣ ਅਤੇ ਪੰਜਾਬ ਸਰਕਾਰ ਦੇ ਫੇਲੀਅਰ ਨੂੰ ਲੈ ਕੇ ਅੱਜ ਭਾਜਪਾ ਗੁਰਦਾਸਪੁਰ ਨੇ NSP ਦੇ DC ਦਫ਼ਤਰ ਗੁਰਦਾਸਪੁਰ ਸਾਹਮਣੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਗੁਰਦਾਸਪੁਰ ਆਵੇਗਾ ਤਾਂ ਉਸ ਦਾ ਸਖਤ ਵਿਰੋਧ ਕੀਤਾ ਜਾਵੇਗਾ। ਸਾਡੇ ਜਿਹੜੇ ਪ੍ਰਧਾਨ ਮੰਤਰੀ ਤੇ ਹਮਲਾ ਹੋਇਆ ਸੀਗਾ ਉਹਦੀ ਘੋਰ ਨਿੰਦਾ ਕਰਨ ਵਾਸਤੇ ਅੱਜ ਅਸੀਂ ਇਹਦੇ ਧਰਨਾ ਦਿੱਤਾ।
ਪੂਰੇ ਗੁਰਦਾਸਪੁਰ ਜ਼ਿਲ੍ਹੇ ਤੋਂ ਸਾਡੇ ਕਾਰਜਕਰਤਾ ਆਏ ਹੈ। ਜਿਹੜੀ ਉਹ ਇਹਨਾਂ ਨੇ ਅੱਛੀ ਹਰਕਤ ਕੀਤੀ, ਸਾਨੂੰ ਰੈਲੀ ਦੇ ਵਿੱਚ ਰੋਕਣ ਤੋਂ ਇਹਨਾਂ ਨੇ ਜਿੰਨੀਆਂ ਵੀ ਹਰਕਤਾਂ ਕੀਤੀਆਂ ਹੈਗੀਆਂ ਉਹਦੀ ਨਿੰਦਾ ਕਰਨ ਵਾਸਤੇ। ਕਿਆ ਉਹ ਸਾਡੇ ਹੀ ਪ੍ਰਧਾਨ ਮੰਤਰੀ ਸੀਗੇ? ਕਿਆ ਉਹ ਇਹਨਾਂ ਲੋਕਾਂ ਦੇ ਪ੍ਰਧਾਨ ਮੰਤਰੀ ਨਹੀਂ ਸੀਗੇ? ਇਹ ਪੰਜਾਬ ਸਰਕਾਰ ਨੇ ਜਿਹੜੀ ਅੱਛੀ ਹਰਕਤ ਕੀਤੀ ਹੈ ਉਸ ਚੀਜ਼ ਦਾ ਅਸੀਂ ਬਹੁਤ ਜ਼ਿਆਦਾ ਵਿਰੋਧ ਕਰਨ ਆਏ ਆ ਕਿ ਕਿਰਪਾ ਕਰਕੇ ਐਦਾਂ ਦੀ ਗੁੰਡਾਗਰਦੀ ਰਾਜ ਜਿਹੜੀ ਹੈਗੇ ਹੈ ਇਹ ਬੰਦ ਕਰ ਦਿਓ, ਕਿਉਂਕਿ ਕਾਂਗਰਸ ਸਰਕਾਰ ਨੂੰ ਸਿਰਫ ਇੱਕੋ ਹੀ ਕੰਮ ਆਉਂਦਾ, ਦੁਸ਼ਮਣੀਆਂ ਪਾਣਾ, ਪਰਚੇ ਕਰਾਣਾ, ਕਿਉਂਕਿ ਇਸ ਪਾਰਟੀ ਨੂੰ ਦੇਸ਼ ਦੇ ਵਿਕਾਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਇਸ ਕਰਕੇ ਪੂਰੇ ਪੰਜਾਬ ਵਾਸੀਆਂ ਦਾ ਜੋ ਇਹਨਾਂ ਨੇ ਨੁਕਸਾਨ ਕਰਾਇਆ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਵਾਪਸ ਭੇਜ ਕੇ, ਕਿਆ ਪੂਰੇ ਵਿਸ਼ਵ ਦੇ ਵਿੱਚ ਇਸ ਦੇ ਸ਼ਰਮਿੰਦਗੀ ਦਾ ਕਾਰਨ ਨਹੀਂ ਉਠਾਉਣਾ ਪੈ ਰਿਹਾ? ਸਿਰਫ ਇਹ ਬੇਵਕੂਫ ਸਰਕਾਰ ਦੇ ਕਾਰਨ ਪੂਰੇ ਪੰਜਾਬ ਸਰਕਾਰ ਦੀ ਜਿਹੜੀ ਅੱਛੀ ਹਰਕਤ ਹੈ ਉਸ ਦੀ ਅਸੀਂ ਘੋਰ ਨਿੰਦਿਆ ਕਰਦੇ ਹਾਂ ਔਰ ਕਰਦੇ ਰਵਾਂਗੇ। ਅੱਜ ਦਾ ਜਿਹੜਾ ਪ੍ਰੋਟੈਸਟ ਕੀਤਾ ਅਸੀਂ ਗੁਰਦਾਸਪੁਰ ਜ਼ਿਲ੍ਹੇ ਵੱਲੋਂ, ਇਹ ਜਿਹੜਾ ਕਾਂਗਰਸ ਨੇ ਬਹੁਤ ਵੱਡੀ ਗੁੰਡਾਗਰਦੀ ਕੀਤੀ ਆ। ਕੱਲ ਦੀ ਸਾਡੀ ਰੈਲੀ ਜਿਹੜੀ ਆ ਇਹਦੇ ਵਿੱਚ ਮੁਖੱਲਲ ਡਾਲਿਆ ਇਹਨਾਂ ਨੇ। ਉਹਦੇ ਵਿੱਚ ਇਹਨਾਂ ਨੇ ਆਪਣੇ ਗੁੰਡਿਆਂ ਨੂੰ ਅਲੱਗ-ਅਲੱਗ ਜਗ੍ਹਾ ਤੇ, ਕਾਂਗਰਸੀਆਂ ਨੇ, ਲੀਡਰਾਂ ਨੇ ਅਲੱਗ-ਅਲੱਗ ਜਗ੍ਹਾ ਤੇ ਟੋਲੀਆਂ ਬਣਾ ਕੇ ਇਹਨਾਂ ਨੇ ਬੱਸਾਂ ਸਾਡੀਆਂ ਡੱਕੀਆਂ। ਬੱਸਾਂ ਡੱਕਣ ਦੇ ਨਾਲ ਇਹਨਾਂ ਗੁੰਡਾਗਰਦੀ ਵੀ ਕੀਤੀ ਆ। ਇਹਨਾਂ ਨੇ ਸਾਡੇ ਕਈ ਕਾਰਜਕਰਤਾਵਾਂ ਦੇ ਸੱਟਾਂ ਮਾਰੀਆਂ, ਡਾਂਗਾਂ ਮਾਰੀਆਂ। ਦੂਸਰਾ ਇਹਨਾਂ ਸਭ ਤੋਂ ਵੱਡੀ ਬਦਮਾਸ਼ੀ ਇਹ ਕੀਤੀ ਆ, ਇਹਨਾਂ ਨੇ ਜਿਹੜਾ ਸੁਖੀ ਰੰਧਾਵਾ ਜਿਹੜਾ ਇਸ ਵੇਲੇ ਹੋਮ ਮਿਨਿਸਟਰ ਆ, ਇਹਨੇ ਆਪਣੇ ਹਲਕੇ ਦੇ ਲੋਕ ਜਿਹੜੇ ਆ ਇਹ ਕਿਸਾਨਾਂ ਦੇ ਭੇਸ ਦੇ ਵਿੱਚ ਭੇਜੇ ਸੀਗੇ। ਕਈ ਬੰਦਿਆਂ ਨੇ ਸਪਸ਼ਟ ਤੌਰ ਤੇ ਅਸੀਂ ਪੁੱਛਿਆ ਵੀ ਤੁਸੀਂ ਕਿੱਥੇ ਹੋ? ਉਹਨਾਂ ਨੇ ਕਿਹਾ ਅਸੀਂ ਡੇਰੇ ਬਾਬੇ ਨਾਨਕ ਦੇ ਆ। ਜਿਹੜਾ ਰਸਤੇ 'ਚ ਇੱਕ MLA ਪੈਂਦਾ ਜੀਰਾ, ਉਹਨੇ ਆਪਣੇ ਗੁੰਡੇ ਭੇਜੇ ਸੀਗੇ। ਅਸੀਂ ਜੱਟਾਂ ਦੇ ਪੁੱਤ ਆ, ਅਸੀਂ ਕਈ ਪੀੜ੍ਹੀਆਂ ਤੋਂ ਖੇਤੀ ਕਰਨ ਦੇ ਆ। ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ ਕਾਨੂੰਨ ਵਾਪਸ ਲੈ ਲਿਆ, ਹੁਣ ਕਿਸਾਨਾਂ ਦਾ ਤਾਂ ਕੋਈ ਵਿਰੋਧ ਬਣਦਾ ਹੀ ਨਹੀਂ। ਕਿਸੇ ਵੀ ਗਰੀਬ ਦਾ ਦਿਲ ਨਹੀਂ ਕਰਦਾ ਕਿ ਉਹ ਆਪਣੀ ਗਰੀਬੀ ਲੋਕਾਂ ਨੂੰ ਦੱਸੇ। ਜੇਕਰ ਉਹ ਨਾ ਦੱਸੇ ਤਾਂ ਮਦਦ ਕੌਣ ਕਰੇਗਾ? ਹਾਲਾਤਾਂ ਤੋਂ ਮਜਬੂਰ ਹੁੰਦੇ ਹਨ ਇਸ ਤਰ੍ਹਾਂ ਦੇ ਪਰਿਵਾਰ, ਕੈਮਰੇ ਅੱਗੇ ਆ ਕੇ ਆਪਣਾ ਦੁੱਖ ਬਿਆਨ ਕਰਦੇ ਹਨ। ਅਜਿਹਾ ਇੱਕ ਪਰਿਵਾਰ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਖੇ ਰਹਿੰਦਾ ਹੈ ਜੋ ਮਜਬੂਰ ਹੈ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਫੱਟੀਆਂ ਦੀਆਂ ਛੱਤਾਂ ਥੱਲੇ ਰਹਿਣ ਨੂੰ, ਕਿਉਂਕਿ ਇਸ ਪਰਿਵਾਰ ਦੇ ਦੋਵੇਂ ਮੁਖੀ ਮਿਹਨਤ ਮਜ਼ਦੂਰੀ ਕਰਦੇ ਹਨ ਅਤੇ ਆਪਣੇ ਘਰ ਦਾ ਸਿਰਫ ਗੁਜ਼ਾਰਾ ਹੀ ਕਰਦੇ ਹਨ। ਹੋਰ ਕੋਈ ਵੀ ਇਸ ਪਰਿਵਾਰ ਕੋਲ ਰਸਤਾ ਨਹੀਂ ਹੈ ਆਪਣੇ ਘਰ ਦੀਆਂ ਛੱਤਾਂ ਪਵਾ ਲੈਣ। ਜਿੰਨੇ ਕੁ ਪੈਸੇ ਘਰ ਦੇ ਮੁਖੀ ਕਮਾਉਂਦੇ ਹਨ ਉਹ ਸਾਰਾ ਰਾਸ਼ਨ ਪਾਣੀ ਤੇ ਚਲਾ ਜਾਂਦਾ ਹੈ। ਇਸੇ ਕਰਕੇ ਪਰਿਵਾਰ ਨੇ NRI ਭੈਣਾਂ ਭਰਾਵਾਂ ਅੱਗੇ ਮਦਦ ਦੀ ਗੁਹਾਰ ਲਗਾਈ ਹੈ ਕਿ ਉਹਨਾਂ ਦਾ ਕਮ ਸੇ ਕਮ ਮਕਾਨ ਹੀ ਪਵਾ ਦਿੱਤਾ ਜਾਵੇ। ਮੈਂ ਸਰਕਾਰ ਅੱਗੇ ਮੰਗ ਕਰਦੀ ਹਾਂ ਕਿ ਮੈਨੂੰ ਇੱਕ ਕਮਰਾ ਤੇ ਇੱਕ ਰਸੋਈ ਪਾ ਕੇ ਦਿੱਤੀ ਜਾਵੇ। ਮੇਰੇ ਆਦਮੀ ਦੀ ਕਮਾਈ ਇੰਨੀ ਹੈ ਨਹੀਂ ਆ, ਰਿਕਸ਼ਾਵਾਂ ਦੇ 100-150 ਸਾਡੀ ਦਿਹਾੜੀ ਬਣਦੀ ਆ, ਤੇ ਇਹ ਕਹਿੰਦੇ ਆ ਕਿ ਸਾਡਾ ਕਮਰਾ ਰਸੋਈ ਪਾਇਆ ਜਾਏ। ਇੰਨੀ ਆਮਦਨੀ ਨਹੀਂ ਸਾਡੇ ਕੋਲ ਕਿ ਜਦੋਂ ਮੀਂਹ ਆਂਦਾ ਹੈ ਬਹੁਤ ਚਾਹੁੰਦਾ, ਰਾਤ ਹੀ ਜਾ ਕੇ ਕੱਢਦੇ ਆ ਤੇ ਪਤਾ ਨਹੀਂ ਕਿ ਛੱਤ ਕਿਹੜੇ ਵੇਲੇ ਆਣ ਪੈਣੀ ਆ। ਕੁੜੀ ਮੇਰੀ ਕੋਲ ਇੰਨੀ ਗੁੰਜਾਇਸ਼ ਨਹੀਂ ਪੜਾਉਣ ਦੀ, ਮੇਰਾ ਮੁੰਡਾ ਹੈ, ਮੁੰਡੇ ਦੀ ਵੀ ਗੁੰਜਾਇਸ਼। ਮੈਂ ਇਹੋ ਕਹਿੰਦੀ ਕਿ ਸਾਡੀ ਮਦਦ ਕੀਤੀ ਜਾਏ, ਸਰਕਾਰ ਸਾਡੀ ਮਦਦ ਕਰੇ, ਸਾਡਾ ਕਮਰਾ ਰਸੋਈ ਪੱਕਾ ਕੀਤਾ ਜਾਵੇ। ਕਿੰਨੇ ਕੁ ਪੈਸੇ ਬਣਾ ਲੈਂਦਾ? 100-150 ਦਿਹਾੜੀ ਬਣਦੀ, ਇਸ ਤੋਂ ਵੱਧ ਨਹੀਂ ਬਣਦੀ ਹੈਗੀ। ਹਾਲਤ ਇੱਦਾਂ ਹੀ ਆ, ਛੱਤ ਨਾ ਮੈਂ ਕਿਹਾ ਕਿ ਡਿੱਗ ਪਏ ਤੇ ਤੁਸੀਂ ਹੁਣ ਬਣਾ ਦਿਓ ਸਾਡੀ ਤੇ ਮਦਦ ਕਰੋ ਸਾਡੀ ਥੋੜੀ ਬਹੁਤੀ ਹੁਣ। ਤੇ ਬੱਚੇ ਛੋਟੇ ਤੁਹਾਨੂੰ ਪਤਾ ਇਹਨਾਂ ਦੀ ਮਿਹਨਤ ਵੀ ਉਹੋ ਜਿਹੀ ਆ। 350 ਰੁਪਏ ਤੇਰੇ ਲੈਣ ਦੇ ਆ ਤੇ ਬਸ ਹੁਣ ਤੁਸੀਂ ਇੰਨੀ ਕਿ ਮੇਰੀ ਸਾਡੀ ਮਦਦ ਕਰ ਦਿਓ। ਮੀਂਹ ਕਣੀ ਆਉਂਦੀ ਫਿਰ ਇਹ ਅਰਦਾਸ ਕਰਦੇ ਬਾਬਾ ਜੀ ਦੇ ਅੱਗੇ ਵੀ ਬਾਬਾ ਜੀ ਹੁਣ ਬਸ ਮੀਂਹ ਹਟਾ ਦੇ। ਤੇ ਤੁਹਾਨੂੰ ਪਤਾ ਹੀ ਮੇਰੇ ਹਾਲਤ ਮਾੜੇ ਆ, ਤੁਹਾਨੂੰ ਉਦੋਂ ਵੀ ਦੱਸਿਆ ਸੀ ਮੈਂ। ਤੇ ਕੀ ਕਰਨਾ ਮੈਂ ਨਹੀਂ ਵੀ ਬਸ ਇੰਨੀ ਕੁ ਹੁਣ ਮਦਦ ਹੋਣੀ ਚਾਹੀਦੀ ਸਾਡੀ, ਤੇ ਛੱਤ ਪੈ ਜੇ ਤੇ ਰਸੋਈ ਪੈ ਜੇ ਬਸ। ਵਾਕਿਆ ਹੀ ਜਿਹੜੀ ਗੱਲ ਹੈ ਕਿ ਪਰਿਵਾਰ ਦੀ ਜਿਹੜੀ ਹਾਲਾਤ ਨੇ ਇਹਨਾਂ ਦੇ ਘਰ ਤੇ ਮਾੜੇ ਆ। ਮੈਂ ਪਿਛਲੇ ਜਨਵਰੀ-ਫਰਵਰੀ ਦੇ ਵਿੱਚ ਸਾਡੀ ਇਲੈਕਸ਼ਨ ਹੋਈ ਹੈ, ਮਾਰਚ-ਅਪ੍ਰੈਲ 'ਚ ਆਪਾਂ ਚਾਰਜ ਲਿਆ ਕੇ ਤੇ ਆਪਾਂ ਮਿਊਨਿਸਪਲ ਕੌਂਸਲਰ ਇਸ ਵਾਰਡ ਦੇ ਵਿੱਚ ਆਇਆ। ਪਹਿਲਾਂ ਮੇਰੀ ਪਾਸ ਸਿੰਬਲ ਚੌਂਕ ਤੋਂ ਪਰਲਾ ਏਰੀਆ ਸੀ। ਹੁਣ ਇਹ ਗੱਲ ਇਹ ਹੈ ਕਿ ਜੇ ਤੇ ਜਿਹੜੇ ਮੇਰੇ ਤੋਂ ਪਹਿਲਾਂ MC ਸਾਹਿਬ ਸੀ ਉਹਨਾਂ ਨੇ ਨੋ ਡਾਊਟ ਉਹਨਾਂ ਨੇ ਬਾਕੀ ਫਾਰਮ ਭਰੇ, ਉਹਨਾਂ ਦੀ ਵਾਰਡ ਦੀ ਲਿਸਟ ਕਾਫੀ ਲੰਬੀ ਆ, ਪਰ ਇਹਨਾਂ ਦਾ ਨਾਂ ਜਿਹੜੇ ਕੱਚੇ ਕੋਠਿਆਂ ਦੀ ਸਕੀਮਾਂ ਦੇ ਵਿੱਚ ਨਾ ਆਉਣਾ ਮੈਨੂੰ ਨਹੀਂ ਸਮਝ ਲੱਗੀ ਕਿ ਕਿਉਂ ਹੋ ਗਿਆ, ਜਾਂ ਅਨਫੋਰਚੂਨੇਟਲੀ ਜਿਹੜਾ ਨਹੀਂ ਹੋ ਸਕਿਆ। ਇਹ ਨਹੀਂ ਕਹਿੰਦਾ ਕਿ ਮੈਂ ਕਿਸੇ ਦੀ ਗਲਤੀ ਹੈ, ਲੇਕਿਨ ਹਾਂ ਕਿਸੇ ਕੋਈ ਕਮੀ ਕਰਕੇ ਰਹਿ ਗਿਆ ਹੋਊਗਾ। ਸਰਕਾਰ ਕੋਲੋਂ ਸਹੂਲਤ ਦਵਾਵਾਂਗਾ, ਡੈਫੀਨੇਟਲੀ ਦਵਾਵਾਂਗਾ। ਬਾਕੀ ਜੇ ਸਰਕਾਰ ਸਹੂਲਤ ਨਾ ਦੇ ਸਕੀ ਤਾਂ ਫਿਰ ਮੈਂ ਹੈਗਾ ਮੈਂ ਜਿੰਨੇ ਜੋਗਾ ਹੈਗਾ ਮੈਂ ਆਪਣੇ ਲੈਵਲ ਤੇ ਬੈਸਟ ਐਫਰਟ ਕਰਾਂਗਾ। ਪਹਿਲਾਂ ਦਿਨ ਦੀ ਜਿਹੜੀ ਛੱਤ ਵਾਲਾ ਏਰੀਆ ਵਾ ਸਾਰਾ ਛੱਤ ਦਾ ਕਰਾਵਾਂਗੇ। ਅਦਰਵਾਈਜ਼ ਮੇਰੇ ਕੋਲ ਹੋਰ ਵੀ ਕੋਈ ਸੰਸਥਾਵਾਂ ਵਾਲੇ ਜਿਹੜੇ ਹੈਗੇ ਆ, ਇਹਨਾਂ ਦਾ ਸਾਰਾ ਘਰ ਦਾ ਲੈਂਟਰ ਅਸੀਂ ਪਾਉਣ ਦੇ ਵਿੱਚ ਆਪਾਂ ਕੋਸ਼ਿਸ਼ ਪੂਰੀ ਕਰਾਂਗੇ। ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਹਲਕੇ ਅੰਦਰ ਕੀਤੇ ਜਾ ਰਹੇ ਵਿਕਾਸ ਕੰਮਾਂ ਦੀ ਲੜੀ ਤਹਿਤ
ਕਬੀਰਪੁਰ ਵਿਖੇ ਸਮਾਰਟ ਪੁਲਿਸ ਸਟੇਸ਼ਨ ਦੀ ਸਥਾਪਨਾ ਕੀਤੀ ਗਈ, ਜਿਸ ਦਾ ਉਦਘਾਟਨ ਅੱਜ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸਰਦਾਰ ਨਵਤੇਜ ਸਿੰਘ ਚੀਮਾ ਤੇ ਐਸਐਸਪੀ ਕਪੂਰਥਲਾ ਸ਼੍ਰੀ ਦਿਆਮਾ ਹਰੀਸ਼ ਓਮ ਪ੍ਰਕਾਸ਼ ਐਸਪੀਐਸ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਚੀਮਾ ਨੇ ਕਿਹਾ ਕਿ ਕਬੀਰਪੁਰ ਵਿਖੇ ਥਾਣੇ ਦੀ ਇਮਾਰਤ ਛੋਟੀ ਹੋਣ ਕਰਕੇ ਜਿੱਥੇ ਮੰਡ ਖੇਤਰ ਦੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉੱਥੇ ਹੀ ਥਾਣੇ ਵਿਖੇ ਡਿਊਟੀ ਦੇਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹਨੂੰ 2 ਕਰੋੜ 40 ਲੱਖ ਦੇ ਕਰੀਬ ਇਹ ਮਾਡਲ ਥਾਣਾ ਇਹਨੂੰ ਕਹਿ ਸਕਦੇ ਹਾਂ, ਸਮਾਰਟ ਵਿਲੇਜ ਕਹਿ ਦਿੰਦੇ, ਸਮਾਰਟ ਥਾਣਾ ਇਹ ਬਣਿਆ। ਐਸਐਸਪੀ ਸਾਹਿਬ ਤੇ ਏਡੀ ਸਾਹਿਬ, ਸਾਡੇ ਡੀਐਸਪੀ ਸਾਹਿਬ ਸਾਰੇ ਆਏ ਆ, ਜਿਨ੍ਹਾਂ ਨੇ ਕਿਉਂ ਇੱਥੇ ਮੁਲਾਜ਼ਮਾਂ ਦੇ ਰਹਿਣ ਦੀ ਬੜੀ ਮੁਸ਼ਕਲ ਸੀ ਔਰ ਇਹ ਏਰੀਆ ਦੂਰ ਹੋਣ ਕਰਕੇ ਸ਼ਹਿਰ ਤੋਂ ਹਰ ਮੁਲਾਜ਼ਮ ਸੋਚਦਾ ਸੀ ਮੈਂ ਰਾਤ ਕਿੱਥੇ ਰਹੂੰਗਾ। ਔਰ ਵੈਸੇ ਵੀ ਜਿਹੜੀ ਪੁਲਿਸ ਦੀ ਡਿਊਟੀ ਆ ਨਾ 24 ਆਵਰ ਦੀ ਡਿਊਟੀ ਬਣ ਜਾਂਦੀ ਆ। ਉਹਦੇ ਲਈ ਜੇ ਉਹਨਾਂ ਨੂੰ ਰੈਸਟ ਕਰਨ ਲਈ, ਉਹਨਾਂ ਨੂੰ ਖਾਣ ਪੀਣ ਲਈ, ਉਹਨਾਂ ਦਾ ਸਾਰਾ ਜਿਹੜਾ ਬਾਥਰੂਮ ਵਗੈਰਾ ਸਾਰਾ ਸਹੀ ਹੋਵੇ ਨਾ, ਫਿਰ ਉਹ ਡਿਊਟੀ ਦੀ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ। ਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਏਰੀਏ ਨੂੰ, ਪਿਛੜੇ ਨੂੰ ਏਰੀਏ ਨੂੰ ਇਹ ਜਿਹੜਾ ਪੁਲਿਸ ਸਟੇਸ਼ਨ ਦਿੱਤਾ, ਮਾਡਲ ਪੁਲਿਸ ਸਟੇਸ਼ਨ। ਤੇ ਹੁਣ ਇਹ ਰੱਖ ਰਖਾਅ ਤੇ ਪੁਲਿਸ ਦਾ ਫਰਜ਼ ਬਣਦਾ ਵੀ ਉਹ ਆਪਣੇ ਤਰੀਕੇ ਨਾਲ ਇਹਨੂੰ ਮੇਨਟੇਨ ਰੱਖਣ। ਚੀਜ਼ਾਂ ਬਣ ਜਾਂਦੀਆਂ ਪਰ ਉਹਨੂੰ ਮੇਨਟੇਨ ਰੱਖਣਾ ਬੜਾ ਉਹ ਜ਼ਰੂਰੀ ਆ। ਤੇ ਜ਼ਰੂਰ ਜਿਹੜੀ ਕਾਬਲ ਸਾਡੀ ਪੁਲਿਸ ਬੜੀ ਕਾਬਲ ਆ, ਉਹ ਰੱਖੂਗੀ ਇਸ थाना कबीरपुर की नई बिल्डिंग जो है आज हमने इनॉग्रेट करी है और इसका जल्दी काम जो है अंदर थाने का काम भी जल्दी शुरू हो जाएगा। इसका सबसे बड़ा बेनिफिट तो ये है कि आम जो लोग हैं, आसपास के लोग हैं, वहाँ पे ये एक जनरल शिकायत होती थी कि थाना दूर है तो वहाँ से मुलाजिम की विजिबिलिटी कम है, तो एक ये चीज़ कम होगी। दूसरा, क्राइम कंट्रोल में जो लोकल एरिया का क्राइम है वो रेगुलेट करने में, कंट्रोल करने में काफ़ी आसानी होगी और लोगों के अंदर एक कॉन्फिडेंस भी बढ़ेगा कि पुलिस की विजिबिलिटी और गश्त पहरे और जो नाके हैं वो भी बढ़ेंगे। बाकी एक अच्छे पुलिस इंफ्रास्ट्रक्चर का बेनिफिट जो है आम लोगों तक ही जाता है, क्योंकि पुलिस की बिल्डिंग सिक्योर्ड होती है। जो हमने रिसेंटली देखे हैं कि पुलिस स्टेशन पे अटैक हो रहे हैं या फिर कहीं कोई वो सेंसिटिविटी जो है वो बढ़ गई है इस चीज़ को लेकर। तो अच्छे पुलिस इंफ्रास्ट्रक्चर से जो हमारे मुलाजिम है वो भी सेफ़ है, वो अपनी ड्यूटी बड़ी कॉन्फिडेंटली कर सकता है और आम एरिया जो है, आम जो आसपास के लोग हैं उनको भी इसका जो है कॉन्फिडेंस आता है कि हम पुलिस हमारे साथ है और क्राइम कंट्रोल जो है वो अच्छी तरह से होगा। ਗੁਰਦਾਸਪੁਰ ਦੇ ਸਥਾਨਕ ਡੀਏਵੀ ਸਕੂਲ ਦੇ ਨੇੜੇ ਬੀਐਸਐਫ ਜਵਾਨ ਦੇ ਘਰ ਵਿੱਚ ਬੀਤੀ ਰਾਤ ਚੋਰਾਂ ਨੇ ਦੀਵਾਰ ਪਾੜ ਕੇ ਘਰ ਵਿੱਚ ਪਏ ਸੋਨੇ ਦੇ ਗਹਿਣੇ ਅਤੇ 40,000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਅਤੇ ਚੋਰੀ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਪੁਲਿਸ ਮੁਤਾਬਕ ਚੋਰਾਂ ਨੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਤੱਕ ਤੋੜ ਦਿੱਤੀਆਂ, ਪਰ ਡੀਵੀਆਰ ਵਿੱਚ ਰਿਕਾਰਡਿੰਗ ਹੁੰਦੀ ਹੈ ਉਹ ਬਚ ਗਿਆ। ਪੁਲਿਸ ਉਸੇ ਦੇ ਬਿਹਾਫ ਤੇ ਜਾਂਚ ਕਰ ਰਹੀ ਹੈ। ਭਾਈ ਮੇਰਾ ਨਾਮ ਮਨੋਜ ਕੁਮਾਰ ਆ। ਮੈਂ ਇੱਦਾਂ ਆਪਣੇ ਮੇਰੀ ਸਿਸਟਰ ਹੈ ਇੱਥੇ, ਉਹਨਾਂ ਦੇ ਹਸਬੈਂਡ ਫੌਜ 'ਚ ਹੈ, ਤ੍ਰਿਪੁਰਾ ਡਿਊਟੀ ਹੈ ਉਹਨਾਂ ਦੀ। ਕਿਹੜੀ ਥਾਂ 'ਤੇ? ਇਹ ਡੀਏਵੀ ਦੀ ਬੈਕ ਸਾਈਡ ਗਲੀ ਹੈ। ਠੀਕ ਹੈ ਜੀ। ਹਾਂਜੀ। ਅਤੇ ਮੈਂ ਇੱਦਾਂ ਅਸੀਂ ਪਰਸੋਂ ਹੀ ਇੱਥੋਂ ਮੈਰਿਜ ਦੇਖ ਕੇ ਗਏ ਹਾਂ ਅਤੇ ਅਸੀਂ ਅੱਜ ਸਾਹਮਣੇ ਅੰਕਲ ਹੋਣਾ ਨੇ ਫੋਨ ਕੀਤਾ ਮੈਨੂੰ ਕਿ ਇੱਦਾਂ ਨਾ ਤੁਹਾਡਾ ਦਰਵਾਜ਼ਾ ਖੁੱਲ੍ਹਾ ਹੋਇਆ ਅਤੇ ਦਰਵਾਜ਼ਾ ਜੋ ਕਿ ਅਸੀਂ ਲੋਕ ਕੀਤਾ ਸੀ। ਹਾਂਜੀ। ਅਤੇ ਜੋ ਮੈਂ ਉਸੇ ਮੌਕੇ ਮੈਂ ਪਾਪਾ ਅਤੇ ਆਏ, ਅਸੀਂ ਸਾਰੇ ਜਾਣੇ, ਦੀਦੀ, ਅਸੀਂ ਸਾਰੇ ਜਾਣੇ ਜਦੋਂ ਆਏ ਅਤੇ ਇੱਥੇ ਵੇਖਿਆ ਅਤੇ ਭਾਈ ਇੱਥੋਂ ਟਾਈਲਾਂ ਲੱਗੀਆਂ ਬਾਹਰਲੀ ਸਾਈਡ 'ਤੇ। ਅੱਛਾ। ਉਹ ਠੇਕੇਦਾਰ ਨੇ ਟਾਈਲਾਂ ਇੱਥੇ ਲਾ ਹਟਦੀਆਂ, ਉਹਨੂੰ ਪਹਿਲੇ ਵੀ ਕਿਹਾ ਵੀ ਚੁੱਕੋ, ਪਰ ਉਹਨਾਂ ਨੇ ਚੁੱਕੀਆਂ ਨਹੀਂ ਹੈਗੀਆਂ। ਅਤੇ ਉਹ ਟਾਈਲਾਂ ਜਦੋਂ ਟਾਈਲਾਂ ਰਸਤੇ ਆਏ ਆ, ਇੱਥੋਂ ਟੱਪ ਗਏ ਆ, ਟਾਈਲਾਂ ਰਸਤੇ ਟੱਪ ਕੇ ਆ ਕੇ ਅਤੇ ਫਿਰ ਉਹਨਾਂ ਨੇ ਉਹ ਸਿੰਬਲ ਲੈ ਦਾ ਸੀ ਉਹਨਾਂ ਨੇ ਲੋਹੇ ਦਾ, ਉਹਦੇ ਨਾਲ ਦਰਵਾਜ਼ਾ ਤੋੜ ਕੇ ਅਤੇ ਉਹਨਾਂ ਨੇ ਇੱਧਰੋਂ ਪਹਿਲੇ ਅਲਮਾਰੀ ਸਾਰੀ ਖੋਲ੍ਹੀ ਹੈ। ਫਿਰ ਸਾਡੇ ਕਮਰੇ 'ਚ ਜਾ ਕੇ ਉੱਥੋਂ ਵੀ ਅਲਮਾਰੀ ਕੋਈ 3-3.5 ਤੋਲੇ ਸੋਨਾ ਸੀ, 40,000 ਨਗਦੀ ਸੀ ਅਤੇ ਫਿਰ ਉਹ ਉਹਨਾਂ ਨੇ ਲੁੱਟ ਕੇ। ਉਸ ਤੋਂ ਬਾਅਦ ਉਹਨਾਂ ਦਾ ਜਦੋਂ ਕੈਮਰੇ ਵੱਲ ਧਿਆਨ ਪਿਆ ਅਤੇ ਫਿਰ ਉਹਨਾਂ ਨੇ ਜੋ ਕਿ ਹਾਰਡ ਡਿਸਕ ਸੀ, ਇੱਕ ਹਾਰਡ ਡਿਸਕ ਲੈ ਗਏ ਅਤੇ ਬਾਕੀ ਕੈਮਰੇ ਦਾ ਰਿਕਾਰਡ ਇੱਥੇ ਰਹਿ ਗਿਆ। ਬਾਕੀ ਤਾਰਾਂ ਤੂਰਾਂ ਕਾਫੀ ਤੋੜ ਗਏ ਤੇ ਸੀ। ਅਤੇ ਬਾਕੀ ਜਦੋਂ ਵਾਪਸ ਜਾਣਾ ਸੀ ਉਹਨਾਂ ਨੇ, ਵਾਪਸ ਜਾਣ ਲੱਗੇ ਫਿਰ ਉਹ ਕੋਠੇ ਰਸਤੇ ਆਏ, ਇਹ ਦੁਕਾਨ ਰਸਤੇ, ਇੱਥੋਂ ਦੀ ਫਿਰ ਵਾਪਸ ਗਏ, ਜੋ ਕਿ ਟਾਲਾਂ ਰਸਤੇ ਚੜ੍ਹੇ ਆ ਅਤੇ ਫਿਰ ਟਾਲਾਂ ਰਸਤੇ ਹੀ ਉਤਰੇ ਆ। ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ? ਹਾਂ ਭਾਈ, ਸਵੇਰੇ ਅਸੀਂ ਆਣ ਕੇ ਪੁਲਿਸ ਨੂੰ ਕੀਤੀ ਸ਼ਿਕਾਇਤ ਅਤੇ ਉਹ ਆਏ, ਉਹਨਾਂ ਨੇ ਆਣ ਕੇ ਸਭ ਕੁਛ ਵੇਖ ਲਿਆ। ਕੈਮਰੇ ਵਾਲੇ ਸੱਦੇ ਅਤੇ ਕੈਮਰੇ ਵਾਲੇ ਫਿਰ ਆਣ ਕੇ ਅਤੇ ਉਹਨਾਂ ਨੇ ਜੋ ਦੇਖਿਆ ਅਤੇ ਰਿਕਾਰਡਰ ਇੱਥੇ ਹੀ, ਫਿਰ ਰਿਕਾਰਡ 'ਚ ਦੇਖਿਆ। ਬਾਕੀ ਸਾਰਾ ਪ੍ਰੂਫ ਹੈਗਾ, ਜਿੱਦਾਂ ਉਹਨਾਂ ਨੇ ਜੋ ਕੀਤਾ ਵਾ। ਸੀਸੀਟੀਵੀ ਕੈਮਰੇ 'ਚ ਆ ਗਈ ਉਹਦੀ ਰਿਕਾਰਡਿੰਗ? ਹਾਂਜੀ, ਰਿਕਾਰਡਿੰਗ ਆ ਗਈ ਉਹਦੀ, ਜੋ ਕਿ ਅਲਮਾਰੀ 'ਚ ਜਿੱਥੇ ਸਾਡਾ ਪੈਸੇ ਗਹਿਣਾ ਵਗੈਰਾ ਪਏਦਾ ਸੀ ਨਾ, ਉਹ ਬੈਕ ਸਾਈਡ ਕਮਰੇ 'ਚ ਪਏਦਾ ਸੀ ਨਾ, ਉਹ ਵੀ ਉੱਥੋਂ ਕਰ ਗਏ ਅਤੇ ਉਸ ਤੋਂ ਬਾਅਦ ਉਹਨਾਂ ਨੇ ਆਣ ਕੇ ਅਤੇ ਉਹਨਾਂ ਨੇ ਕੀਤਾ ਵਾ ਕਿ ਸੀਸੀਟੀਵੀ ਕੈਮਰੇ ਦੇ ਉਹ ਤੋੜੇ ਜਾਣ। ਤੁਸੀਂ ਕੀ ਚਾਹੁੰਦੇ ਹੋ? ਅਸੀਂ ਭਾਈ ਇਹੋ ਚਾਹੁੰਦੇ ਹਾਂ ਕਿ ਜੋ ਪ੍ਰਸ਼ਾਸਨ ਕਰ ਸਕੇ।
ਮੋਗਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਨਾਕੇ ਦੌਰਾਨ ਪਿੰਡ ਚੁਗਾਵਾਂ ਦੇ ਕੋਲ ਕਾਲੇ ਰੰਗ ਦੀ ਪਿਕਅਪ ਗੱਡੀ ਨੂੰ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਰ ਸਵਾਰਾਂ ਨੇ ਨਾਕਾ ਤੋੜ ਕੇ ਪੁਲਿਸ ਤੇ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਇਹਨਾਂ ਨੂੰ ਰੋਕ ਹੀ ਲਿਆ। ਪਰ ਗੱਡੀ ਵਿੱਚ ਬੈਠੇ ਨੌਜਵਾਨਾਂ ਨੇ ਪੁਲਿਸ ਦੀ ਪਿਸਤੌਲ ਤਾਣ ਲਈ ਤੇ ਪਿੱਛੇ ਬੈਠੇ ਨੌਜਵਾਨ ਦੇ ਹੱਥ ਵਿੱਚ ਗ੍ਰਨੇਡ ਫੜਿਆ ਹੋਇਆ ਸੀ, ਪਰ ਪੁਲਿਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਇਹਨਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਇਹਨਾਂ ਦੀ ਕਾਰ ਵਿੱਚੋਂ 2 ਗ੍ਰਨੇਡ, 2 ਪਿਸਟਲ, 1 ਮੈਗਜ਼ੀਨ ਅਤੇ 18 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਇਹ ਲੋਕੀ ਕਿਸੇ ਧਾਰਮਿਕ ਜਗ੍ਹਾ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਸਨ ਅਤੇ ਇਹਨਾਂ ਦੇ ਸਬੰਧ ਕੈਨੇਡਾ ਵਿੱਚ ਬੈਠੇ ਅਰਸ਼ਦੀਪ ਸਿੰਘ ਉਰਫ ਡਾਲਾ ਨਾਲ ਹਨ। ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ, ਮੋਗਾ ਪੁਲਿਸ ਵੱਲੋਂ ਜਿਹੜੀ ਐਂਟੀ ਨੈਸ਼ਨਲ ਐਲੀਮੈਂਟਸ ਦੀ ਜਿਹੜੀ ਐਕਟੀਵਿਟੀਜ਼ ਆ ਉਹਨੂੰ ਨੱਥ ਪਾਉਣ ਲਈ ਜਿਹੜੀ ਵੱਖੋ ਵੱਖਰੀਆਂ ਸਾਡੀਆਂ ਆਪਰੇਸ਼ਨਸ ਟੀਮਾਂ ਕੰਮ ਕਰ ਰਹੀਆਂ ਨੇ, ਉਹਨਾਂ ਵੱਲੋਂ ਜਿਹੜੀ ਇਹ ਸਕਸੈਸ ਮਿਲੀ ਹੈ ਉਹਦੇ ਸੰਦਰਭ 'ਚ ਕੀਤੀ ਜਾ ਰਹੀ ਹੈ। ਮੋਗਾ ਪੁਲਿਸ ਵੱਲੋਂ ਜਿਹੜਾ ਰੀਸੈਂਟਲੀ ਜਿਹੜਾ ਇਹ ਇੱਕ ਨਾਕਾਬੰਦੀ ਦੌਰਾਨ ਜਿਹੜੇ ਇਹ 3 ਜਿਹੜੇ ਹੈਗੇ ਹੈ ਮੁਲਜ਼ਮ ਜਿਹੜੇ ਹੈ ਇਹ ਗ੍ਰਿਫਤਾਰ ਕੀਤੇ ਗਏ ਹਨ। ਸਭ ਤੋਂ ਪਹਿਲਾਂ ਹੈਗਾ ਗੁਰਪ੍ਰੀਤ ਸਿੰਘ ਸਿੱਧੂ ਉਰਫ ਗੋਪੀ, ਜਿਹਨੂੰ ਗੋਪੀ ਸਿੱਧੂ ਵੀ ਕਹਿੰਦੇ ਆ। ਇਹ ਸ਼ਾਦੀਪੁਰ ਦਾ ਰਹਿਣੇ ਵਾਲਾ ਹੈ, ਜਿਹੜਾ ਫਤਿਹਗੜ੍ਹ ਪੰਜਤੂਰ ਦਾ ਏਰੀਆ ਹੈ, ਉਸ ਇਲਾਕੇ ਦਾ ਥਾਣਾ ਇਹਦਾ ਜਿਹੜਾ ਹੈਗਾ ਉਸ ਤਰੀਕ ਕੋਟ ਈਸੇ ਖਾਂ ਅਤੇ ਪੰਜਤੂਰ ਦੇ ਇਲਾਕੇ ਦੇ ਵਿੱਚ ਪੈਂਦਾ ਹੈ। ਅਤੇ ਇਸ ਦੇ ਕੋਲੋਂ ਜਿਹੜਾ ਹੈ 1 ਪਿਸਟਲ ਤੇ ਨਾਲੇ 6 ਰਾਉਂਡ ਜਿਹੜੇ ਨੇ 9mm ਦੇ ਬਰਾਮਦ ਹੋਏ ਨੇ। ਇਸ ਤੋਂ ਇਲਾਵਾ ਕਿਉਂਕਿ ਇਹ ਤਿੰਨੋਂ ਇੱਕ ਗੱਡੀ ਦੇ ਵਿੱਚ ਸੀਗੇ, ਇੱਕ ਪਿਕਅਪ ਜਿਹੜੀ ਹੈਗੀ ਹੈ ਕਾਲੇ ਰੰਗ ਦੀ ਉਹ ਜਾ ਰਹੀ ਸੀ, ਜਦੋਂ ਉਸ ਨੂੰ ਨਾਕੇ 'ਤੇ ਰੋਕਿਆ ਗਿਆ ਤਾਂ ਕਾਫੀ ਜਹਿਦ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਕਾਬੂ ਕੀਤਾ ਗਿਆ। ਉਸ ਸਿੱਧੂ ਦੇ ਨਾਲ ਹੀ ਗੋਪੀ ਦੇ ਨਾਲ ਹੀ ਜਿਹੜੀ ਦੂਜਾ ਬੰਦਾ ਸੀ ਵਰਿੰਦਰ, ਉਹਦੇ ਤੋਂ ਵੀ ਜਿਹੜੀ ਹੈ 1 9mm ਦੀ ਪਿਸਟਲ ਜਿਹੜੀ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਬਲਜੀਤ ਸਿੰਘ ਜਿਹੜਾ ਹੈ ਉਸਦੇ ਕੋਲੋਂ 2 ਜਿਹੜੇ ਹੈ ਹੈਂਡ ਗ੍ਰਨੇਡ ਉਹ ਬਰਾਮਦ ਹੋਏ ਨੇ ਅਤੇ ਫਰਦਰ ਜਿਹੜੀ ਹੈਗੀ ਪੁੱਛਗਿੱਛ ਜਾਰੀ ਹੈ। ਇਸ ਦੇ ਵਿੱਚ ਮੈਂ ਥੋੜ੍ਹਾ ਜਿਹਾ ਇਹ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇੱਕ ਭਿੱਖੀਵੰਡ 'ਚ 110/21 FIR ਹੋਈ ਸੀ, ਜਿਹਦੇ ਵਿੱਚ ਉੱਥੇ 2 ਟਿਫਨ ਬੰਬ, 2 ਹੈਂਡ ਗ੍ਰਨੇਡ ਅਤੇ ਹੋਰ ਅਸਲਾ ਜਿਹੜਾ ਹੈ ਰਿਕਵਰ ਹੋਇਆ ਸੀ। ਉਸ ਪਰਚੇ ਦੇ ਵਿੱਚ ਵੀ ਜਿਹੜਾ ਗੋਪੀ ਹੈ ਉਹ ਨਾਮਜ਼ਦ ਕੀਤਾ ਗਿਆ ਸੀ, ਉਦੋਂ ਭਗੌੜਾ ਸੀ। ਤਾਂ ਸਾਡੀਆਂ ਟੀਮਾਂ ਜਿਹੜੀਆਂ ਹੈ ਉਸ ਲੀਡ ਨੂੰ ਵੀ ਅਤੇ ਉਸ ਇੰਸੀਡੈਂਟ ਨੂੰ ਵੀ ਫੋਲੋ ਕਰ ਰਹੀਆਂ ਸਨ ਅਤੇ ਇਸੇ ਆਪਰੇਸ਼ਨ ਦੇ ਤਹਿਤ ਜਿਹੜਾ ਹੈ ਇਹ ਸਾਰੀ ਰਿਕਵਰੀ ਹੋਈ ਹੈ। ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਸਿੱਖ ਸੰਸਥਾਨ ਨੇ ਸਰਕਾਰ ਅਤੇ ਰਾਜਨੀਤਿਕ ਪਾਰਟੀਆਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਵਾਰ ਹਰ ਰਾਜਨੀਤਿਕ ਪਾਰਟੀ ਜਦੋਂ ਆਵੇ ਤਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਪਾ ਕੇ ਆਵੇ। ਉਹਨਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਇੱਕ ਸ਼ਾਂਤਮਈ ਢੰਗ ਨਾਲ ਮਾਰਚ ਕੱਢਣਗੇ, ਜਿਹੜਾ ਚੰਡੀਗੜ੍ਹ ਜਾਵੇਗਾ ਅਤੇ ਰਾਜਪਾਲ ਨੂੰ ਮੰਗ ਪੱਤਰ ਦੇਵੇਗਾ ਤਾਂ ਜੋ ਬੰਦੀ ਸਿੱਖਾਂ ਦੀ ਰਿਹਾਈ ਕਰਵਾਈ ਜਾ ਸਕੇ। ਪਿਛਲੇ 3-4 ਸਾਲਾਂ ਤੋਂ ਪੰਥਕ ਜਥੇਬੰਦੀਆਂ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਸਰਗਰਮੀ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਯਤਨ ਕੀਤੇ ਜਾ ਰਹੇ ਨੇ। ਅੱਜ ਅਸੀਂ ਇਹ ਐਲਾਨ ਕਰ ਰਹੇ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਮੂਹ ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅਸੀਂ 11 ਜਨਵਰੀ ਨੂੰ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਇੱਕ ਮਾਰਚ, ਰਿਹਾਈ ਮਾਰਚ ਦੇ ਰੂਪ ਦੇ ਵਿੱਚ ਕੱਢ ਰਹੇ ਹਾਂ ਔਰ ਇਹ ਮਾਰਚ ਜਿਹੜਾ ਹੈ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਵਾਇਆ ਕੁਰਾਲੀ ਹੁੰਦਾ ਹੋਇਆ ਪਹੁੰਚੇਗਾ। ਸਵੇਰੇ 10 ਵਜੇ ਦਾ ਸਮਾਂ ਦਿੱਤਾ ਗਿਆ ਹੈ। ਸਮੂਹ ਸੰਗਤਾਂ ਨੂੰ ਇਹ ਪੰਥਕ ਜਥੇਬੰਦੀਆਂ ਅੱਜ ਅਪੀਲ ਕਰ ਰਹੀਆਂ ਨੇ ਕਿ ਉਹ ਆਪਣੇ ਆਪਣੇ ਸਾਧਨਾਂ ਦੇ ਰਾਹੀਂ, ਸਕੂਟਰ, ਮੋਟਰਸਾਈਕਲ, ਟਰੈਕਟਰ, ਕਾਰਾਂ ਦੇ ਰਾਹੀਂ ਇਸ ਰਿਹਾਈ ਮਾਰਚ ਦੇ ਵਿੱਚ ਸ਼ਾਮਿਲ ਹੋਣ। ਹੁਣ ਸਵਾਲ ਪੈਦਾ ਉੱਠਦਾ ਹੈ, ਇਹ ਬੰਦੀ ਸਿੰਘ ਕੌਣ ਨੇ? ਇਹ ਉਹ ਬੰਦੀ ਸਿੰਘ ਨੇ, ਕੌਮ ਦੇ ਮਹਾਨ ਸੂਰਮੇ ਨੇ, ਇਹ ਨਾਇਕ ਨੇ ਜਿਨ੍ਹਾਂ ਨੇ ਕੌਮ ਦੇ ਨਾਲ ਹੋ ਰਹੀ ਬੇਇਨਸਾਫੀ ਅਤੇ ਧੱਕੇਸ਼ਾਹੀ ਨੂੰ ਨਾ ਸਹਾਰਦੇ ਹੋਏ, ਜਿਨ੍ਹਾਂ ਨੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਆਪਣੇ ਪਿੰਡਿਆਂ ਦੇ ਉੱਤੇ ਤਸ਼ੱਦਦ ਝੱਲੇ, ਉਹ ਜਿਨ੍ਹਾਂ ਨੂੰ ਕਿ ਭਾਰਤੀ ਨਿਆਂਪਾਲਿਕਾ ਨੇ ਜੋ ਸਜ਼ਾਵਾਂ ਦੇਣੀਆਂ ਸੀਗੀਆਂ ਉਹ ਦੇ ਦਿੱਤੀਆਂ ਔਰ ਇਹਨਾਂ ਨੇ ਉਹ ਸਜ਼ਾਵਾਂ ਕਾਨੂੰਨ ਦੇ ਮੁਤਾਬਕ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਔਰ ਡਿਸਪਲਿਨ ਵਿੱਚ ਰਹਿੰਦਿਆਂ ਹੋਇਆਂ ਇਹਨਾਂ ਨੇ ਆਪਣੀਆਂ
ਸਜ਼ਾਵਾਂ ਪੂਰੀਆਂ ਕੀਤੀਆਂ। ਹੈਰਾਨਗੀ ਦੀ ਗੱਲ ਹੈ ਕਿ ਜੇਕਰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਤਾਂ ਉਹ 14 ਸਾਲ ਦੇ ਬਾਅਦ ਖਤਮ ਹੋ ਜਾਣੀ ਚਾਹੀਦੀ ਹੈ। ਲੇਕਿਨ ਸਾਡੇ ਕੋਲ ਇਹੋ ਜਿਹੇ ਸਬੂਤ ਨੇ, ਇਹੋ ਜਿਹੇ ਪ੍ਰਮਾਣ ਨੇ ਕਿ ਸਾਡੇ ਬਹੁਤ ਸਾਰੇ ਬੰਦੀ ਸਿੰਘ ਜਿਹੜੇ ਨੇ 2 ਦਹਾਕੇ ਹੋਰ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਦੇ ਵਿੱਚ ਬੰਦ ਨੇ, ਤਸੀਹੇ ਚੱਲ ਰਹੇ ਨੇ ਔਰ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਇਹ ਬੰਦੀ ਸਿੰਘ ਜਿਹੜੇ ਨੇ ਇਹ ਕੌਮ ਦੇ ਉਹ ਲੋਕ ਨੇ, ਕੌਮ ਦੇ ਉਹ ਹੀਰੇ ਨੇ ਜਿਨ੍ਹਾਂ ਨੇ ਕੌਮ ਦੀ ਅਣਖ ਦੀ ਖਾਤਰ ਆਪਣੇ ਆਪ ਨੂੰ ਕੌਮ ਨੂੰ ਸਮਰਪਿਤ ਕੀਤਾ। ਭਾਰਤ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਹੋਈ ਚੂਕ ਦੇ ਮਾਮਲੇ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਵਿੱਚ ਸਰਕਾਰ ਦੀ ਗਲਤੀ ਹੈ, ਪਰ ਜੋ ਸਿੱਖਾਂ ਬਾਰੇ ਬਿਆਨਬਾਜ਼ੀਆਂ ਹੋ ਰਹੀਆਂ ਹਨ ਉਹ ਗਲਤ ਹਨ, ਕਿਉਂਕਿ ਇਸ ਘਟਨਾ ਨੂੰ ਕਿਸੇ ਹੋਰ ਮੁੱਦੇ ਨਾਲ ਜੋੜਨਾ ਗਲਤ ਹੈ, ਕਿਉਂਕਿ ਇਸ ਘਟਨਾ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਕਿਹਾ ਕਿ ਇਸ ਵਿੱਚ ਜਿਹੜਾ ਵੀ ਦੋਸ਼ੀ ਹੈ ਉਸ ਪਰ ਕਾਰਵਾਈ ਹੋਵੇ, ਕਿਉਂਕਿ ਇਹ ਮਾਮਲਾ ਰਾਜਨੀਤਿਕ ਹੈ ਤੇ ਸਿੱਖਾਂ ਨਾਲ ਇਸ ਨੂੰ ਜੋੜਿਆ ਨਾ ਜਾਵੇ। ਦੇਖੋ, ਜੋ ਵੀ ਘਟਨਾਕ੍ਰਮ ਹੋਇਆ ਹੈ ਅਸੀਂ ਇਹਨੂੰ ਚੰਗਾ ਨਹੀਂ ਕਹਾਂਗੇ, ਮਾੜਾ ਹੀ ਕਹਾਂਗੇ, ਪਰ ਜੋ ਵੀ ਕੁਝ ਹੋਇਆ ਹੈ ਇਹਦਾ ਕਾਰਨ ਜਿਹੜਾ ਹੈ ਉਹ ਦੋਨੇ ਹੀ ਸਰਕਾਰਾਂ ਦਾ ਤੇ ਸਰਕਾਰ ਦੇ ਅਧਿਕਾਰੀਆਂ ਦਾ, ਚਾਹੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ, ਦੋਨਾਂ ਹੀ ਸਰਕਾਰਾਂ ਦੇ ਆਪਸੀ ਤਾਲਮੇਲ ਦੀ ਕਮੀ ਦੇ ਕਾਰਨ ਹੀ ਹੋਇਆ। ਪਰ ਉਸ ਤੋਂ ਬਾਅਦ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਨਫ਼ਰਤ ਦੀ ਜਿਹੜੇ ਨੇ ਉਹ ਕਮੈਂਟ ਲਿਖੇ ਗਏ ਨੇ, ਇਹ ਬੇਹੱਦ ਮੰਦਭਾਗਾ ਹੈ। ਅਸੀਂ ਟੈਰੋਰਿਜ਼ਮ ਉਸ ਨੂੰ ਕਹਿੰਦੇ ਹਾਂ ਜਦੋਂ ਕੋਈ ਨਿਹੱਥਿਆਂ ਬੇਗੁਨਾਹਾਂ ਨੂੰ ਜਿਹੜਾ ਹੈ ਉਹ ਗੋਲੀਆਂ ਦੇ ਨਾਲ ਭੁੰਨਦਾ ਹੈ ਜਾਂ ਬੰਬਾਂ ਦੇ ਨਾਲ ਉਡਾਉਂਦਾ ਹੈ। ਪਰ ਜਦੋਂ ਕਿਸੇ ਖਾਸ ਫਿਰਕੇ ਨੂੰ ਨਿਸ਼ਾਨਾ ਬਣਾ ਕੇ ਅਪਸ਼ਬਦ ਬੋਲੇ ਜਾਂਦੇ ਨੇ ਤਾਂ ਇਹ ਵੀ ਇੱਕ ਕਿਸਮ ਦਾ ਟੈਰੋਰਿਜ਼ਮ ਹੈ, ਆਤੰਕਵਾਦ ਹੈ, ਅੱਤਵਾਦ ਹੈ। ਔਰ ਹੈਰਾਨੀ ਦੀ ਗੱਲ ਹੈ ਕਿ ਇਸ ਤਰ੍ਹਾਂ ਦਾ ਆਤੰਕ ਫੈਲਾਉਣ ਵਾਲਿਆਂ ਨੂੰ ਬਿਲਕੁਲ ਵੀ ਸਰਕਾਰ ਜਿਹੜੀ ਹੈ ਉਹ ਨਕੇਲ ਨਹੀਂ ਪਾ ਰਹੀ। ਔਰ ਜ਼ਿੰਮੇਵਾਰ ਜਿਹੜੇ ਬੰਦੇ ਨੇ ਜਾਂ ਜ਼ਿੰਮੇਵਾਰ ਜਿਹੜੇ ਪਰਸਨ ਨੇ ਉਹਨਾਂ ਵੱਲੋਂ ਵੀ ਇਸ ਤਰ੍ਹਾਂ ਦੇ ਭੱਦੇ ਕਮੈਂਟ ਕਰਨੇ ਔਰ ਸਮੁੱਚੇ ਸਿੱਖਾਂ ਨੂੰ ਜਿਹੜਾ ਹੈ 1984 ਵਰਗੇ ਜਿਹੜੇ ਹਾਦਸੇ ਜਿਹੜੇ ਆ ਮੁੜ ਵਰਤਣ ਦੀਆਂ ਧਮਕੀਆਂ ਜਿਹੜੀਆਂ ਦੇਣੀਆਂ, ਇਹ ਕਿਸੇ ਵੀ ਢੰਗ ਦੇ ਨਾਲ ਸਹੀ ਨਹੀਂ ਹੈ। ਇਹ ਇੱਕ ਕਿਸਮ ਦਾ ਹੇਟ ਟੈਰੋਰਿਜ਼ਮ ਹੈ। ਭਾਰਤ ਸਰਕਾਰ ਭਾਰਤ ਦੇ ਅੰਦਰ ਵੱਧ ਰਹੇ ਇਸ ਹੇਟ ਟੈਰੋਰਿਜ਼ਮ ਨੂੰ ਨੱਥ ਪਾਏ। ਜਿਸ ਤਰ੍ਹਾਂ ਟੈਰੋਰਿਜ਼ਮ ਦੁਨੀਆ ਵਾਸਤੇ, ਦੇਸ਼ ਵਾਸਤੇ ਮਾੜਾ ਹੈ, ਉਸੇ ਤਰ੍ਹਾਂ ਇਹ ਹੇਟ ਟੈਰੋਰਿਜ਼ਮ ਜਿਹੜਾ ਹੈ ਇਹ ਇਸ ਤੋਂ ਵੀ ਵੱਧ ਘਾਤਕ ਤੇ ਖਤਰਨਾਕ ਹੈ। ਇਹਦੇ ਵਿੱਚ ਜੋ ਵੀ ਕੁਝ ਘਟਨਾਕ੍ਰਮ ਹੋਇਆ ਹੈ ਇਹਦਾ ਸਿੱਖਾਂ ਦੇ ਨਾਲ ਜਿਹੜਾ ਕੋਈ ਸਬੰਧ ਨਹੀਂ ਹੈ। ਇਸ ਕਰਕੇ ਇਹ ਨਫ਼ਰਤੀ ਪ੍ਰਚਾਰ ਜਿਹੜਾ ਸੋਸ਼ਲ ਮੀਡੀਆ ਤੇ ਸ਼ੁਰੂ ਹੋਇਆ ਹੈ, ਜਿਹੜੇ ਵੀ ਲੋਕ ਕਰ ਰਹੇ ਨੇ ਇਹਨਾਂ ਦੇ ਖਿਲਾਫ ਜਿਹੜਾ ਹੈ ਉਹ ਦੇਸ਼ ਧਰੋਹ ਦੇ ਮੁਕੱਦਮੇ ਜਿਹੜੇ ਹੈ ਉਹ ਹੋਣੇ ਚਾਹੀਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕੀ ਲੱਗਦਾ ਕਿਉਂ ਇਸ ਤਰ੍ਹਾਂ ਦਾ ਹੋ ਰਿਹਾ? ਹਰ ਵਾਰ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ। ਜੋ ਪਹਿਲਾਂ ਕਿਸਾਨੀ ਸੰਘਰਸ਼ ਸੀ ਉੱਥੇ ਵੀ ਬੜਾ ਮੁੱਦਾ ਚੱਲਿਆ। ਬਿਲਕੁਲ, ਪਹਿਲਾਂ ਵੀ ਅਸੀਂ ਕਿਹਾ ਕਿ ਇਹ ਮਸਲਾ ਜਿਹੜਾ ਕੇਂਦਰ ਸਰਕਾਰ ਤੇ ਕਿਸਾਨਾਂ ਦਾ ਸੀ, ਲੇਕਿਨ ਇਹਦੇ ਵਿੱਚ ਸਿੱਖਾਂ ਨੂੰ ਘਸੀੜਿਆ ਗਿਆ। ਹੁਣ ਜਿਹੜਾ ਮਸਲਾ ਹੈ ਇਹ ਦੋਨਾਂ ਸਰਕਾਰਾਂ ਦੇ ਆਪਸੀ ਤਾਲਮੇਲ ਦੀ ਕਮੀ ਕਾਰਨ ਹੋਇਆ ਹੈ। ਦੋਨਾਂ ਸਰਕਾਰਾਂ ਦਾ ਜਿਹੜਾ ਜਾਂ ਦੋਨਾਂ ਪਾਰਟੀਆਂ ਦਾ ਜਿਹੜਾ ਉਹ ਮਸਲਾ ਹੈ, ਲੇਕਿਨ ਇਹਦੇ ਵਿੱਚ ਸਿੱਖਾਂ ਨੂੰ ਘਸੀੜਿਆ ਜਾ ਰਿਹਾ, ਬੇਵਜ੍ਹਾ ਸੋਸ਼ਲ ਮੀਡੀਆ ਦੇ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ। ਇਹ ਬੇਹੱਦ ਜਿਹੜੀਆਂ ਉਹ ਮੰਦਭਾਗੀਆਂ ਘਟਨਾਵਾਂ ਨੇ। ਇਸ ਲਈ ਭਾਰਤ ਸਰਕਾਰ ਨੂੰ ਇਸ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਔਰ ਚਿੰਤਾ ਕਰਨ ਦੀ ਲੋੜ ਹੈ। ਜੋ ਕੁਝ ਪ੍ਰਾਈਮ ਮਿਨਿਸਟਰ ਸਾਹਿਬ ਨਾਲ ਹੋਇਆ, ਕਿਉਂਕਿ ਉਹ ਇੱਕ ਦੇਸ਼ ਦੇ ਸਨਮਾਨਜਨਕ ਆਗੂ ਨੇ, ਉਹਨਾਂ ਨਾਲ ਜਿਹੜਾ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਪਰ ਉਸ ਤੋਂ ਬਾਅਦ ਜਿਹੜਾ ਕੁਝ ਹੁਣ ਹੋ ਰਿਹਾ ਹੈ ਉਹ ਵੀ ਜਿਹੜਾ ਬਹੁਤ ਘਟੀਆ ਤੇ ਬਹੁਤ ਹੀ ਜ਼ਿਆਦਾ ਜਿਹੜਾ ਮੰਦਭਾਗਾ ਹੈ। ਦੋਸਤੋ, ਇਸ ਸੁਣਾਈ ਦੀਆਂ ਖਬਰਾਂ ਕੱਲ੍ਹ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ। ਤਦ ਤੱਕ ਲਈ ਕੁਲਵੰਤ ਸਿੰਘ ਨੂੰ ਇਜਾਜ਼ਤ ਦਿਓ। ਰੱਬ ਰਾਖਾ।